ਉਹਦੇ ਨਾਲ ਜਿਹੜਾ ਹੋਊਗਾ ਸਾਡੀ ਮਾਂ ਬੋਲੀ ਤੋਂ ਸਾਨੂੰ ਵਾਂਝਾ ਕੀਤਾ ਜਾ ਰਿਹਾ, ਮਾਂ ਬੋਲੀ ਤੋਂ ਸਾਨੂੰ ਦੂਰ ਕਰਨ ਦੀ ਬਹੁਤ ਵੱਡੀ ਇੱਕ ਸਾਜ਼ਿਸ਼ ਆ। ਇਹ ਲੌਂਗ ਟਰਮ ਇਹਨਾਂ ਨੇ ਸੋਚ ਕੇ ਰੱਖਿਆ, ਜਿਹੜੀ ਚਾਲਾਂ ਇਹਨਾਂ ਦੀ ਚੱਲਦੇ ਭਾਜਪਾ ਆਰਐਸਐਸ ਵਾਲੇ। ਇਕੱਲੀ ਪੰਜਾਬ ਸਟੇਟ ਇਹਨਾਂ ਲੱਭੀ ਆ, ਜਿਹੜੀ ਪੰਜਾਬ ਸਟੇਟ ਨੂੰ ਇਹਨਾਂ ਨੇ ਆਪਣਾ ਪੰਚਿੰਗ ਬੈਗ ਬਣਾਇਆ। ਇੱਕ ਇਹਨਾਂ ਨੇ ਟੈਸਟ ਗਰਾਊਂਡ ਬਣਾਇਆ ਕਿ ਟੈਸਟ ਲੈਬ, ਕੁਛ ਵੀ ਕਰ ਲਓ, ਇੱਥੇ ਕਿਸੇ ਨੇ ਬੋਲਣਾ ਨਹੀਂ ਹੈ, ਛੇਤੀ ਇਹਨਾਂ ਨੇ ਕਿਸੇ ਨੇ ਰਿਐਕਟ ਨਹੀਂ ਕਰਨਾ। ਜੇ ਕਰਨਗੇ ਤਾਂ ਇਹਨਾਂ ਨੂੰ ਖਾਲਿਸਤਾਨੀ ਅੱਤਵਾਦੀ ਕਹਿ ਦਿੱਤਾ ਜਾਊਗਾ। 100 ਕਰੋੜ ਟੀਕੇ ਕਿੱਥੋਂ ਲਾਤੇ ਤੜਕੋ, ਜਦੋਂ ਡੇਟਾ ਅਵੇਲੇਬਲ ਨਹੀਂ ਆ। ਅੱਜ ਬੇਰੁਜ਼ਗਾਰੀ ਦਾ ਡੇਟਾ, ਕਿਸਾਨਾਂ ਦੀ ਆਤਮ ਹੱਤਿਆ ਦੇ ਡੇਟਾ, ਕੋਈ ਡੇਟਾ ਇਹਨਾਂ ਕੋਲ ਅਵੇਲੇਬਲ ਨਹੀਂ ਆ। ਇਹਨਾਂ ਲੋਕ ਸਭਾ 'ਚ ਖਲੋ ਕੇ ਇਹਨਾਂ ਦੇ ਮੰਤਰੀ ਕਹਿੰਦੇ ਕਿ ਸਾਡੇ ਕੋਲ ਡੇਟਾ ਅਵੇਲੇਬਲ ਨਹੀਂ ਆ। ਜਿਹੜੇ ਪਿਛਲੇ ਸਾਲ ਤੁਸੀਂ ਦੇਖਿਆ ਹੈਲੀਕਾਪਟਰਾਂ ਜਿਹੜੇ ਇਹਨਾਂ ਨੇ ਫੁੱਲਾਂ ਦੀ ਵਰਖਾ ਹੋਣ ਦੀ ਕਿ ਸਰਕਾਰੀ ਹਸਪਤਾਲਾਂ, ਦੇਖੋ ਜੀ ਹਸਪਤਾਲਾਂ 'ਚ ਜਿਹੜੇ ਸਾਡੇ ਹੈਲਥ ਕੇਅਰ ਵਰਕਰ ਹੈ, ਡਾਕਟਰਸ ਆ, ਉਹਨਾਂ ਦੇ ਫੁੱਲਾਂ ਦੀ ਵਰਖਾ ਹੋਣੀ ਚਾਹੀਦੀ ਆ। ਪਿਛਲੇ ਸਾਲ ਉਹਨਾਂ 'ਚ 750 ਤੋਂ ਵੱਧ ਬੰਦਾ ਜਿਹੜਾ ਪੂਰਾ ਹੋ ਗਿਆ, ਜਿਹੜਾ ਜਿਨ੍ਹਾਂ 'ਚ ਹੈਲਥ ਵਰਕਰ ਸੀ, ਨਰਸਾਂ ਸੀ, ਜਿਹੜੇ ਸਟਾਫ ਬॉय ਸੀ, ਵਾਰਡ ਬॉय ਸੀ, ਐਂਬੂਲੈਂਸ ਡਰਾਈਵਰ ਹੀ, ਜਿਹੜੇ ਕੋਵਿਡ ਕਰਕੇ ਜਿਨ੍ਹਾਂ ਦੀ ਜਾਨਾਂ ਗਈਆਂ। ਇਹਨਾਂ ਨੇ ਲੋਕ ਸਭਾ 'ਚ ਖਲੋ ਕੇ ਇਹਨਾਂ ਦੇ ਹੈਲਥ ਮਿਨਿਸਟਰ ਨੇ ਗੱਲ ਕਹੀ ਕਿ ਸਾਡੇ ਕੋਲ ਡੇਟਾ ਨਹੀਂ ਹੈਗਾ। ਫਿਰ ਤੁਹਾਡੇ ਕੋਲ 100 ਕਰੋੜ ਟੀਕਿਆਂ ਦਾ ਡੇਟਾ ਕਿੱਥੋਂ ਆ ਗਿਆ? ਸੜਕਾਂ 'ਤੇ ਦੇਤੀ ਇਹਨਾਂ ਨੇ, ਹਵਾਈ ਅੱਡੇ ਦੇਤੇ, ਰੇਲਵੇ ਵੀ ਦੇਤਾ, ਇਹ ਸਾਰਾ। ਇਹਦੇ ਬਾਅਦ ਹੈਲਥ ਕੇਅਰ ਦੀ ਵਾਰੀ ਆਉਣੀ, ਜਿੰਨੇ ਤੁਹਾਡੇ ਸਿਵਲ ਹਸਪਤਾਲ ਆ, ਗੁਰੂ ਨਾਨਕ ਹਸਪਤਾਲ ਆ, ਸਾਰੇ ਪ੍ਰਾਈਵੇਟ ਹੋਣਗੇ। ਉਹਦੇ ਬਾਅਦ ਪ੍ਰਾਈਵੇਟ ਹਸਪਤਾਲਾਂ ਨੂੰ ਫਿਰ ਇਹਨਾਂ ਨੇ ਬੰਦ ਕਰਨ ਦਾ ਉਹ ਵੀ ਲਿਆਉਣਾ ਇਹਨਾਂ ਨੇ ਮਸੌਦਾ ਕਿ ਪ੍ਰਾਈਵੇਟ ਹਸਪਤਾਲ ਜਿਹੜੇ ਸਾਰੇ ਬੰਦ ਹੋਣ ਅਤੇ ਸਿਰਫ ਰਿਲਾਇੰਸ ਹੈਲਥ ਕੇਅਰ ਦੇ ਥੱਲੇ ਸਾਰੇ ਚੱਲਣ। ਇਹ ਵਾਰੀ ਸਭ ਦੀ ਆਉਣੀ ਆ। ਜਿਹੜੇ ਅੱਜ ਪਿੱਛੇ ਹੋ ਕੇ ਬੈਠੇ ਆ, ਪਿੱਛੇ ਕੁਸ਼ਨ ਰੱਖ ਕੇ ਬੈਠੇ ਆ ਅਤੇ ਆਰਾਮ ਨਾਲ ਕਿ ਕੋਈ ਨਹੀਂ, ਸਾਨੂੰ ਨਹੀਂ ਫਰਕ ਪੈਂਦਾ, ਕੋਈ ਗੱਲ ਨਹੀਂ, ਇਹ ਵਾਰੀ ਸਾਰਿਆਂ ਦੀ ਆਉਣੀ ਹੈ। ਪੰਜਾਬ ਨੂੰ ਤਾਂ ਸਾਰਾ ਖਤਮ ਕਰ ਦੇਣਾ ਚਾਹੁੰਦੇ ਆ। ਅੱਜ ਜਿੱਦਾਂ ਪੰਜਾਬ ਨੂੰ ਰੋਜ਼-ਰੋਜ਼ ਤੁਸੀਂ ਵੇਖੋ ਕਰ ਰਹੇ ਆ, ਕਦੀ BSF ਲਾ ਜਾਂਦੇ, ਕਦੀ ਕੁਛ ਕਰ ਦਿੰਦੇ ਆ, ਕਦੀ ਇਹ ਪੰਜਾਬ ਨੂੰ ਇਹ ਕਹਿੰਦੇ ਆ ਕਿ ਕਦੀ ਇਹਨਾਂ ਨੂੰ ਜਿਹੜਾ ਟਾਈਮ ਸਿਰ ਕਦੀ ਪਿੱਛੇ ਜਾਇਆ ਕਿ ਜਿਹੜਾ ਝੋਨਾ ਇਹਨਾਂ 10 ਦਿਨ ਲੇਟ ਚੁੱਕੋ, ਕਿਉਂਕਿ 10 ਦਿਨਾਂ 'ਚ ਇਹਨਾਂ ਨੂੰ ਪਤਾ ਹੈ ਕਿ ਇਹਨਾਂ ਦੇ ਮੌਸਮ ਵਿਭਾਗ ਨੇ ਰਿਪੋਰਟਾਂ ਆਈ ਹੁੰਦੀਆਂ ਕਿ ਬਾਅਦ 'ਚ ਬਾਰਿਸ਼ਾਂ ਚਾਲੂ ਹੋ ਜਾਣੀਆਂ, ਆਪੇ ਝੋਨਾ ਖਰਾਬ ਹੋ ਜਾਊਗਾ, ਉਨੀ ਦੇਣਦਾਰੀ ਘੱਟ ਜੂਗੀ ਸਾਨੂੰ। ਜਿੰਨਾ ਝੋਨਾ ਕਿਸਾਨ ਦਾ ਰੁੜ ਜਾਊਗਾ, ਖਰਾਬ ਹੋ ਜਾਊਗਾ, ਗਲੇ ਪੈ ਜਾਣਗੇ, ਅਤੇ ਆਪੇ ਉਹਨਾਂ ਦੇਣਦਾਰੀ ਘੱਟ ਜੂਗੀ। ਬਹੁਤ ਵੱਡੀ ਸਾਜ਼ਿਸ਼ ਚੱਲ ਰਹੀ ਆ। ਹੁਣ ਤੁਸੀਂ ਦੇਖਿਆ ਹੋਣਾ ਪਿੱਛੇ ਜੇ ਇੱਕ 7-11 ਸਟੋਰ ਆ, ਪਹਿਲਾਂ ਇਹਨਾਂ ਨੇ ਬਿਗ ਬਾਜ਼ਾਰ ਖਰੀਦਿਆ, ਅੰਬਾਨੀ ਨੇ ਬਿਗ ਬਾਜ਼ਾਰ ਖਰੀਦ ਲਿਆ, ਉਹਦੇ ਬਾਅਦ ਈਜ਼ੀ ਡੇ ਖਰੀਦ ਲਿਆ, ਈਜ਼ੀ ਡੇ ਸਾਰੀ ਬ੍ਰਾਂਚਾਂ ਖਰੀਦ ਲਈਆਂ, ਗੋਦਰੇ ਨੇਚਰ ਬਾਸਕਟ ਖਰੀਦ ਲਈ। ਆ ਹੁਣ ਇਹ 7-11 ਸਟੋਰ ਜਿਹੜਾ ਅਮਰੀਕਾ ਚੱਲਦੇ, ਬਹੁਤ ਵੱਡੇ ਪੱਧਰ ਦੇ ਸਟੋਰ ਜਿਹੜੇ ਉਹ ਚੱਲਦੇ ਆ। ਉਹ ਇਹਨਾਂ ਨੂੰ ਪਹਿਲੀ ਬ੍ਰਾਂਚ ਜਿਹੜੀ ਬੰਬੇ ਲੈ ਆਂਦੀ ਆ, ਜਿੱਦਣ ਉਹ ਪੂਰੇ ਇੰਡੀਆ 'ਚ ਸਾਰੇ ਸਟੇਟਾਂ 'ਚ ਸਾਰੇ ਸ਼ਹਿਰਾਂ 'ਚ ਖੁੱਲ੍ਹ ਗਈ। ਇਹਨਾਂ ਨੇ ਛੋਟੇ ਦੁਕਾਨਦਾਰਾਂ ਨੂੰ ਇੱਦਾਂ ਕਰ ਦੇਣਾ, ਛੋਟੇ ਦੁਕਾਨਦਾਰਾਂ ਨੂੰ, ਮੈਂ ਤੁਹਾਨੂੰ ਹੁਣੇ ਮੇਰੀ ਗੱਲ ਭਾਵੇਂ ਨੋਟ ਕਰ ਲਿਓ, ਕਿ ਤੁਹਾਨੂੰ ਜਿੱਦਾਂ ਸ਼ਰਾਬ ਦੇ ਠੇਕੇ ਨਹੀਂ ਹੁੰਦੇ, ਜਿਹਨਾਂ ਦੀ ਲੱਖਾਂ ਰੁਪਏ ਜਿਹੜੀ ਫੀਸ ਭਰਨੀ ਪੈਂਦੀ, ਫਿਰ ਜਾ ਕੇ ਤੁਹਾਨੂੰ ਸਾਲ ਦਾ ਠੇਕਾ ਮਿਲਦਾ, ਉਸ ਕੈਟੇਗਰੀ 'ਚ ਇਹਨਾਂ ਨੇ ਛੋਟੇ ਦੁਕਾਨਦਾਰ ਵੀ ਲੈ ਆਉਣੇ ਸਾਰੇ, ਕਿ ਤੁਸੀਂ ਉਹਨਾਂ ਨੇ ਲੋਕਾਂ ਨੇ ਆਪਣੀ ਚਾਬੀਆਂ ਦੇ ਜਾਣੀਆਂ ਕਿ ਨਹੀਂ ਸਾਡੇ ਕੋਲ ਨਹੀਂ ਕੰਮ ਹੁੰਦਾ ਜੀ। ਅਤੇ ਫਿਰ ਆਪੇ ਕਿਉਂਕਿ ਵੱਡੇ ਪੂੰਜੀਪਤੀ ਤਾਂ ਹੀ ਚੱਲਣਗੇ ਜੇ ਛੋਟੀਆਂ ਦੁਕਾਨਾਂ ਬੰਦ ਹੋਣਗੀਆਂ, ਛੋਟੇ ਦੁਕਾਨਦਾਰ ਜਿਹੜੇ ਬੰਦ ਕਰਕੇ ਜਾਣਗੇ। ਤੁਸੀਂ ਦੇਖ ਰਹੇ ਹੋ ਸਾਂਝਾ ਪੰਜਾਬ TV, ਮੈਂ ਹਾਂ ਗੁਰਮੀਤ ਰਾਜਾ ਅੰਮ੍ਰਿਤਸਰ ਤੋਂ। ਜਿਵੇਂ ਕਿ ਤੁਹਾਨੂੰ ਪਤਾ ਹੈਗਾ, ਤਕਰੀਬਨ 11 ਮਹੀਨੇ ਹੋ ਗਏ ਆ ਦੇਸ਼ ਦੇ ਵਿੱਚ ਕਾਲੇ ਕਾਨੂੰਨਾਂ ਦੇ ਖਿਲਾਫ ਜਿਹੜੇ ਕਿਸਾਨ ਜਿਹੜੇ ਹੈਗੇ ਆ ਬਾਰਡਰਾਂ ਉੱਤੇ ਬੈਠੇ ਨੇ ਆਪਣੀ ਮੰਗਾਂ ਨੂੰ ਲੈ ਕੇ। ਲੇਕਿਨ ਮੋਦੀ ਸਰਕਾਰ ਜਿਹੜੀ ਹੈਗੀ ਆਪਣੇ ਅੜੀਆ ਰਵੱਈਏ ਦੇ ਉੱਤੇ ਅੜੀ ਪਈ ਹੈਗੀ ਆ, ਕਿਸਾਨਾਂ ਦੀ ਕੋਈ ਵੀ ਮੰਗਾਂ ਉਹ ਨਹੀਂ ਮੰਨਦੀ ਵੀ। ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਨੂੰ CBSE ਤੋਂ ਕੇਂਦਰ ਸਰਕਾਰ ਵੱਲੋਂ ਬਾਹਰ ਕੱਢ ਦਿੱਤਾ ਗਿਆ ਆ। ਮੈਂ ਤੁਹਾਨੂੰ ਫਿਰ ਤੋਂ ਇਹ ਗੱਲ ਰਿਪੀਟ ਕਰਨੀ ਚਾਹੁੰਦਾ ਹਾਂ, ਪੰਜਾਬ ਦੇ ਵਿੱਚ CBSE ਤੋਂ ਪੰਜਾਬੀ ਭਾਸ਼ਾ ਨੂੰ ਬਾਹਰ ਕੱਢ ਦਿੱਤਾ ਗਿਆ ਆ। ਵੱਡੀ ਗੱਲ ਹੈਗੀ ਆ ਜੀ, ਕਿਉਂਕਿ ਜੇ ਆਪਾਂ ਗੱਲ ਕਰੀਏ ਦੂਸਰੇ ਸੂਬਿਆਂ ਦੀ, ਉੱਥੇ ਹਰੇਕ ਸਟੇਟ ਦੇ ਵਿੱਚ ਆਪਣੀ ਭਾਸ਼ਾ ਇੱਕ ਹੁੰਦੀ ਹੈ, ਇੱਕ ਕੰਪਲਸਰੀ ਹੁੰਦੀ ਹੈ। ਲੇਕਿਨ ਪੰਜਾਬੀ ਦੇ ਜਿਹੜੀ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਕੰਪਲਸਰੀ ਨਾ ਕਰਕੇ ਇੱਕ ਮਾਈਨਰ ਦੇ ਵਿੱਚ ਰੱਖ ਦਿੱਤਾ ਗਿਆ ਆ। ਜਿਵੇਂ ਕਿ ਨਵੇਂ ਜਿਹੜੀ 10ਵੀਂ 12ਵੀਂ ਦੇ ਵਿੱਚ CBSE ਪੇਪਰ ਹੋਣਗੇ, ਉਹਨਾਂ ਦੇ ਵਿੱਚ ਜਿਹੜੀ ਹੈਗੀ ਆ ਸਟੂਡੈਂਟ ਵੱਲੋਂ ਹੈਗੀ ਆ ਪੰਜਾਬੀ ਭਾਸ਼ਾ ਨੂੰ ਜਿਹੜਾ ਹੈਗਾ ਆ ਉਹ ਮਾਈਨਰ ਦੇ ਵਿੱਚ ਕਰ ਦਿੱਤਾ ਗਿਆ ਹੈਗਾ। ਇਹ ਜ਼ਰੂਰੀ ਪੰਜਾਬੀ ਭਾਸ਼ਾ ਦੇ ਨਾਲ ਹੋਰ ਵੀ ਕਾਫੀ ਭਾਸ਼ਾਵਾਂ ਨੂੰ ਕੀਤਾ ਗਿਆ, ਲੇਕਿਨ ਪੰਜਾਬੀ ਨੂੰ ਖਾਸ ਤੌਰ 'ਤੇ ਆਪਾਂ ਲਵਾਂਗੇ ਕਿਉਂਕਿ ਪੰਜਾਬ ਜਿਹੜਾ ਹੈਗਾ ਪੰਜਾਬੀਆਂ ਦਾ ਦੇਸ਼ ਹੈਗਾ ਆ, ਔਰ ਪੰਜਾਬੀ ਭਾਸ਼ਾ ਨੂੰ ਮਾਈਨਰ ਦੇ ਵਿੱਚ ਕੀਤਾ ਗਿਆ। ਇਹਦੇ ਨਾਲ ਕਾਫੀ ਜਿਹੜੇ ਸਟੂਡੈਂਟ ਨੂੰ ਫਰਕ ਵੀ ਪਏਗਾ, ਔਰ ਸਟੂਡੈਂਟ ਦੇ ਨਾਲ ਜਿਹੜੇ ਹੈਗੇ ਆ ਪੰਜਾਬੀ ਦੇ ਜਿਹੜੇ ਹੈਗੇ ਟੀਚਰ, ਉਹਨਾਂ ਨੂੰ ਵੀ ਫਰਕ ਪਏਗਾ, ਕਿਉਂਕਿ ਇੱਕ ਆਪਸ਼ਨ ਦੇ ਦਿੱਤੀ ਗਈ ਹੈਗੀ ਆ ਕਿ ਪੰਜਾਬ ਦੇ ਵਿੱਚ ਤੁਸੀਂ ਸਟੂਡੈਂਟ CBSE ਜਿਹੜੀ ਹੈਗੀ 10ਵੀਂ 12ਵੀਂ ਦੇ ਵਿੱਚ ਪੰਜਾਬੀ ਭਾਸ਼ਾ ਰੱਖਣੀ ਜਾਂ ਨਹੀਂ ਰੱਖਣੀ, ਇਹ ਪੰਜਾਬੀ ਸਟੂਡੈਂਟ ਦੀ ਆਪਣੀ ਮਰਜ਼ੀ ਹੈਗੀ ਆ। ਸਾਡੇ ਨਾਲ ਗੱਲ ਜੋੜ ਚੁੱਕੇ ਨੇ ਰੋਸ਼ਨ ਜੀ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਜਾਣਦੇ ਹਾਂ ਜੀ ਉਹਨਾਂ ਕੋਲ ਕਿ ਕਿੰਨਾ ਕੁ ਫਰਕ ਇਹਦਾ ਪੰਜਾਬ ਦੇ ਵਿੱਚ ਜਿਹੜਾ ਹੈਗਾ ਆ। ਜੇ ਕੇਂਦਰ ਸਰਕਾਰ ਦੀ ਇੱਕ ਵੱਡੀ ਚਾਲ ਨੂੰ ਆਪਾਂ ਕਹਿ ਸਕਦੇ ਹੈਗੇ ਆ, ਵੱਡੀ ਚਾਲ ਹੈਗੀ ਆ। ਸਭ ਤੋਂ ਪਹਿਲਾਂ ਸਾਂਝਾ ਪੰਜਾਬ ਦੀ ਤੁਹਾਡਾ ਸਵਾਗਤ ਕਰਦਾ ਜੀ ਮੈਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਸੀਂ ਜਿਹੜੀ ਗੱਲ ਕੀਤੀ ਹੈ ਜੀ, ਇਹ ਜਿਹੜੀ CBSE ਇਹਨਾਂ ਨੇ ਹਟਾਉਣ ਦੀ ਜਿਹੜੀ ਗੱਲ ਕੀਤੀ ਆ, ਇਹ ਵੇਖੋ ਜਾਣਬੁੱਝ ਕੇ ਪੰਜਾਬ ਨਾਲ ਕਿਤੇ ਨਾ ਕਿਤੇ ਇਹ ਲੋਕ ਧੱਕਾ ਸ਼ੁਰੂ ਤੋਂ ਕਰਦੇ ਆ, ਅਤੇ ਹੁਣ ਧੱਕਾ ਚੱਲ ਰਿਹਾ। ਇਹ ਜਾਣ ਕੇ ਚੁੰਡੀਆਂ ਭੁਰ ਕੇ ਦੇਖਦੇ ਆ। ਜਿਹੜਾ CBSE ਜਿਹੜਾ ਇਹਨਾਂ ਨੇ ਕੀਤਾ ਕਿ ਪੰਜਾਬ ਨੂੰ ਆਪਸ਼ਨਲ ਕਰਤੀ ਲੈਂਗੁਏਜ। ਜ਼ਿਆਦਾਤਰ ਦੇਖੋ ਆਪਣੇ ਬੱਚੇ ਸਾਰੇ ਸਾਡੇ CBSE ਸਕੂਲ 'ਚ ਪੜ੍ਹਦੇ, ਜਿਹੜੇ ਪ੍ਰਾਈਵੇਟ ਸਕੂਲ ਜਿੰਨੇ ਵੀ ਉਹ ਸਾਰੇ ਤਕਰੀਬਨ CBSE 'ਚ ਆਉਂਦੇ ਆ। ਉਹਦੇ ਨਾਲ ਜਿਹੜਾ ਹੋਊਗਾ ਸਾਡੀ ਮਾਂ ਬੋਲੀ ਤੋਂ ਸਾਨੂੰ ਵਾਂਝਾ ਕੀਤਾ ਜਾ ਰਿਹਾ, ਮਾਂ ਬੋਲੀ ਤੋਂ ਸਾਨੂੰ ਦੂਰ ਕਰਨ ਦੀ ਬਹੁਤ ਵੱਡੀ ਇੱਕ ਸਾਜ਼ਿਸ਼ ਆ। ਇਹ ਲੌਂਗ ਟਰਮ ਇਹਨਾਂ ਨੇ ਸੋਚ ਕੇ ਰੱਖਿਆ, ਜਿਹੜੀ ਚਾਲਾਂ ਇਹਨਾਂ ਦੀ ਚੱਲ ਰਹੀ ਭਾਜਪਾ RSS ਵਾਲੇ, ਕਿ ਇਹਨਾਂ ਨੂੰ ਕਿੱਦਾਂ ਜਿਹੜੀ ਆਪਣੀ ਮਾਂ ਬੋਲੀ ਤੋਂ ਦੂਰ ਕੀਤਾ ਜਾਵੇ। ਬਾਕੀ ਸਟੇਟਾਂ ਜਾਂ ਤਾਂ ਫਿਰ ਤੁਸੀਂ ਵੇਖੋ ਜਿਹੜੀ 29 ਸਟੇਟਾਂ, ਇਕੱਲੀ ਪੰਜਾਬ ਸਟੇਟ ਇਹਨਾਂ ਲੱਭੀ ਆ, ਜਿਹੜੀ ਪੰਜਾਬ ਸਟੇਟ ਨੂੰ ਇਹਨਾਂ ਨੇ ਆਪਣਾ ਪੰਚਿੰਗ ਬੈਗ ਬਣਾਇਆ। ਇੱਕ ਇਹਨਾਂ ਨੇ ਟੈਸਟ ਗਰਾਊਂਡ ਬਣਾਇਆ ਕਿ ਟੈਸਟ ਲੈਬ, ਕੁਛ ਵੀ ਕਰ ਲਓ, ਇੱਥੇ ਕਿਸੇ ਨੇ ਬੋਲਣਾ ਨਹੀਂ ਹੈ, ਛੇਤੀ ਇਹਨਾਂ ਨੇ ਕਿਸੇ ਨੇ ਰਿਐਕਟ ਨਹੀਂ ਕਰਨਾ। ਜੇ ਕਰਨਗੇ ਤਾਂ ਇਹਨਾਂ ਨੂੰ ਖਾਲਿਸਤਾਨੀ ਅੱਤਵਾਦੀ ਕਹਿ ਦਿੱਤਾ ਜਾਊਗਾ। ਅਤੇ ਇਹ ਜਿਹੜੀ ਬਹੁਤ ਵੱਡੀ ਜਿਹੜੀ ਡੂੰਘਾਈ ਨਾਲ ਸੋਚਣ ਦੀ ਲੋੜ ਆ ਕਿ ਇਹ ਕਿਤੇ ਫਿਰ ਬੈਕਫਾਇਰ ਵੀ ਕਰ ਸਕਦਾ। ਇਹ ਚੀਜ਼ਾਂ ਜਿਹੜੀਆਂ ਕਿ ਤੁਸੀਂ ਜਿਹੜਾ ਜਾਣ ਕੇ ਪੰਜਾਬ ਨੂੰ ਰੋਜ਼ ਤੁਸੀਂ ਚੁੰਡੀ ਭੋਰਦੇ ਆ,
ਤੇ ਇਹ ਤੁਸੀਂ ਨਾ ਕਰੋ। ਤੁਸੀਂ ਵੇਖੋ ਤਮਿਲਨਾਡੂ 'ਚ ਵੇਖ ਲਓ, ਕਰਨਾਟਕਾ ਮਹਾਰਾਸ਼ਟਰ ਕਿਤੇ ਵੀ ਤੁਸੀਂ ਕਰਕੇ ਦੇਖ ਲਓ, ਉਹ ਉਸੇ ਵੇਲੇ ਅਗਲੇ ਰਿਐਕਟ ਕਰਦੇ ਆ, ਸੜਕਾਂ 'ਤੇ ਆਉਂਦੇ ਲੋਕ ਨਹੀਂ ਕਰਨ ਦਿੰਦੇ, ਆਪਣੀ ਮਾਂ ਬੋਲੀ ਨਾਲ ਕੋਈ ਨਹੀਂ ਛੇੜਛਾੜ ਨਹੀਂ ਕਰਨ ਦਿੰਦੇ। ਤੇ ਇਹ ਮੈਂ ਬੇਨਤੀ ਕਰਨਾ ਚਾਹੂੰਗਾ ਜਿਨ੍ਹਾਂ ਨੇ ਵੀ ਕੀਤੀ ਹੈ CBSE ਜਿਹੜੀ ਕੇਂਦਰ ਸਰਕਾਰ ਨੇ, ਕਿ ਇਹਨੂੰ ਛੇਤੀ ਇਹ ਫੈਸਲੇ ਨੂੰ ਵਾਪਸ ਲਿੱਤਾ ਜਾਵੇ, ਨਹੀਂ ਤੇ ਇਹਦੇ ਉੱਤੇ ਵੀ ਬਹੁਤ ਵੱਡਾ ਸਾਡਾ ਜਿਹੜਾ ਇੱਕ ਕਿ ਰੋਸ਼ ਵਜੋਂ ਸਾਨੂੰ ਉਤਰਨਾ ਪਊਗਾ ਸੜਕਾਂ 'ਤੇ ਪੰਜਾਬੀਆਂ ਨੂੰ। ਰੋਸ਼ਨ ਜੀ, ਆਪਾਂ ਗੱਲ ਕਰੀਏ ਤੇ ਬੜੀ ਵੱਡੀ ਗੱਲ ਹੈਗੀ, ਮਾਂ ਬੋਲੀ ਪੰਜਾਬ ਦੇ ਵਿੱਚ ਬੋਲੀ ਜਾਂਦੀ ਹੈਗੀ ਕਿ ਪੰਜਾਬ ਦੇ ਵਿੱਚ ਹੀ ਉਹਨੂੰ ਤੁਸੀਂ ਇਹਨਾਂ ਨੇ ਮਾਈਨਰ ਕਰ ਦਿੱਤਾ ਹੈਗਾ। ਇਹ ਸੈਂਟਰ ਗੌਰਮੈਂਟ ਦੀ ਜਿਹੜੀ ਵੱਡੀ ਚਾਲ ਇੱਕ ਬੰਨੇ ਜਾ ਸਕਦਾ, ਬਹੁਤ ਵੱਡੀ ਚਾਲ ਹੈ ਜੀ, ਬਹੁਤ ਵੱਡੀ ਚਾਲ। ਇਹ ਜਿਹੜਾ ਵੇਖੋ ਪੰਜਾਬ ਨੂੰ ਤੇ ਸਾਰਾ ਖਤਮ ਕਰ ਦੇਣਾ ਚਾਹੁੰਦੇ ਆ। ਅੱਜ ਜਿੱਦਾਂ ਪੰਜਾਬ ਨੂੰ ਰੋਜ਼ ਤੁਸੀਂ ਵੇਖੋ ਕਰ ਰਹੇ ਆ, ਕਦੀ BSF ਲਾ ਜਾਂਦੇ, ਕਦੀ ਕੁਛ ਕਰ ਦਿੰਦੇ ਆ, ਕਦੀ ਇਹ ਪੰਜਾਬ ਨੂੰ ਇਹ ਕਹਿੰਦੇ ਆ ਕਿ ਕਦੀ ਇਹਨਾਂ ਨੂੰ ਜਿਹੜਾ ਟਾਈਮ ਸਿਰ ਕਦੀ ਪਿੱਛੇ ਜਿਹਾ ਹੈ ਕਿ ਜਿਹੜਾ ਝੋਨਾ ਇਹਨਾਂ 10 ਦਿਨ ਲੇਟ ਚੁੱਕੋ, ਕਿਉਂਕਿ 10 ਦਿਨਾਂ 'ਚ ਇਹਨਾਂ ਨੂੰ ਪਤਾ ਹੈ ਕਿ ਇਹਨਾਂ ਦੇ ਮੌਸਮ ਵਿਭਾਗ ਨੇ ਰਿਪੋਰਟਾਂ ਆਈਆਂ ਹੁੰਦੀਆਂ ਕਿ ਬਾਅਦ ਬਾਰਿਸ਼ਾਂ ਚਾਲੂ ਹੋ ਜਾਣੀਆਂ, ਆਪੇ ਝੋਨਾ ਖਰਾਬ ਹੋ ਜਾਊਗਾ, ਉਨੀ ਦੇਣਦਾਰੀ ਘੱਟ ਜੂਗੀ ਸਾਨੂੰ, ਜਿੰਨਾ ਝੋਨਾ ਕਿਸਾਨ ਦਾ ਰੁਲ ਜੂਗਾ, ਖਰਾਬ ਹੋ ਜੂਗਾ, ਗਲੇ ਪੈ ਜਾਣਗੇ, ਤੇ ਆਪੇ ਉਹਨਾਂ ਦੇਣਦਾਰੀ ਘੱਟ ਜੂਗੀ। ਇਹ ਸਾਰਾ ਇਹਨਾਂ ਨੇ ਵੈਲ ਪਲਾਨਡ ਹੁੰਦਾ ਜਿਹੜਾ ਕਰਦੇ ਆ। ਹੁਣ ਜਿਹੜਾ ਪੰਜਾਬੀ ਨੂੰ ਇਹਨਾਂ ਨੇ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ, ਇਹ ਵੀ ਜਿਹੜੀ ਸੋਚੀ ਸਮਝੀ ਸਾਜ਼ਿਸ਼ ਆ, ਤੇ ਇਹਦਾ ਸਾਰੇ ਪੰਜਾਬੀਆਂ ਨੂੰ ਹੁਣ ਜਿਹੜਾ ਸੜਕਾਂ 'ਤੇ ਆਉਣਾ ਪੈਣਾ ਹੁਣ, ਇਹ ਕਿਉਂਕਿ ਇਹ ਜਿਹੜਾ ਹੁਣ ਹੱਥ ਤੋਂ ਪਾਣੀ ਜਿਹੜਾ ਸਿਰ ਤੋਂ ਉੱਪਰ ਜਾ ਰਿਹਾ ਹੁਣ, ਕਿ ਸਾਡੀ ਮਾਂ ਬੋਲੀਆਂ ਕਿਸੇ ਨੇ ਧਰਨੇ ਦਿੱਤੇ, ਕਿਸੇ ਨੇ ਮੰਗ ਕੀਤੀ, ਕਿਸੇ ਨੇ ਮੰਗ ਪੱਤਰ ਰੱਖੇ ਕਿ ਸਾਨੂੰ ਜੀ ਪੰਜਾਬ 'ਚ ਪੰਜਾਬੀ ਨੂੰ ਹਟਾਤਾ ਜਾਵੇ, ਕਿਸੇ ਨੇ ਨਹੀਂ ਮੰਗਿਆ। ਜਿਹੜੀ ਚੀਜ਼ ਅਸੀਂ ਮੰਗਦੇ ਨਹੀਂ ਉਹ ਸਾਡੇ 'ਤੇ ਥੋਪੀ ਕਿਉਂ ਜਾਂਦੀ ਜ਼ਬਰਦਸਤੀ, ਉਹ ਧੱਕੇ ਨਾਲ ਤੁਸੀਂ ਕਿਉਂ ਦਿੰਦੇ ਹੋ ਤੁਹਾਨੂੰ? ਕਿ ਇਹ ਸੋਚਣ ਦੀ ਗੱਲ ਹੈ ਕਿ ਧੱਕੇ ਨਾਲ ਜਾਣ ਕੇ ਤੁਸੀਂ ਉਹ ਚੀਜ਼ ਜਿਹੜੀ ਅਸੀਂ ਮੰਗੀ ਨਹੀਂ ਚੀਜ਼ ਕਦੀ ਉਹ ਚੀਜ਼। ਹੋਰ ਇਹ ਵੀ ਚੀਜ਼ਾਂ ਮੈਂ ਤੁਹਾਨੂੰ ਦੱਸਾਂ ਕਿ ਇਹ ਜਿਹੜੇ ਰੀਅਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਨਾ ਕਦੀ ਇਹ ਕਰਦੇ ਆ, ਕਦੀ ਪੰਜਾਬੀ ਨੂੰ ਹਟਾ ਦਿਓ, ਵੇਖੋ ਕੀ ਕਰਦੇ ਆ, ਲੋਕਾਂ ਦਾ ਧਿਆਨ ਭਟਕਿਆ ਰਵੇ। ਕਦੀ ਇਹ ਕਰਦੇ ਆ ਜੀ ਚਲੋ ਬੇਅਦਬੀ ਕਰਾ ਦਿਓ, ਕਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਦਿਓ, ਕਦੀ ਗੁਰੂ ਨਾਨਕ ਸਾਹਿਬ ਜੀ ਦੇ ਉੱਤੇ ਆਪਣਾ ਬਿਆਨਬਾਜ਼ੀ ਕਰਵਾ ਦਿਓ ਆਪਣੇ ਬੰਦਿਆਂ ਕੋਲ। ਇਹ ਜਿਹੜੇ ਰੀਅਲ ਮੁੱਦੇ ਆ, ਜਿਹੜੇ ਪੈਟਰੋਲ ਡੀਜ਼ਲ ਮਹਿੰਗਾਈ ਵਧਣ ਦੀ, ਬੇਰੁਜ਼ਗਾਰੀ ਵਧਣ ਦੀ, ਅੱਜ ਸਿਰੇ 'ਤੇ ਅੱਜ ਇੰਨਾ ਮੰਦਾ ਛਾਇਆ ਕਿ ਤੁਸੀਂ ਜਾ ਕੇ ਕਿਸੇ ਦੁਕਾਨਦਾਰ ਕੋਲ ਪੁੱਛ ਲਓ, ਜਾ ਕੇ ਉਹ ਆਪਣੇ ਕਾਊਂਟਰਾਂ ਦੇ ਵਿਹਲੇ ਬੈਠੇ ਹੁੰਦੇ, ਬਾਹਰ ਆ ਕੇ ਦੁਕਾਨਦਾਰ ਨੂੰ ਆਵਾਜ਼ਾਂ ਮਾਰਦੇ, ਦੱਸੋ ਵੀ ਕੀ ਲੈਣਾ, ਦੱਸੋ ਆਜੋ ਜੀ। ਇਹ ਹਾਲ ਹੋ ਗਿਆ ਹੁਣ। ਤੁਸੀਂ ਦੇਖੋ ਆਪਾਂ ਅੰਮ੍ਰਿਤਸਰ ਸ਼ਹਿਰ 'ਚ ਬੈਠੇ ਹਾਂ, ਗੁਰੂ ਕੀ ਨਗਰੀ 'ਚ, ਇੱਕ ਆਪਣਾ ਟੂਰਿਜ਼ਮ ਸ਼ਹਿਰ ਆ, ਇੱਥੇ ਤੁਸੀਂ ਜਾ ਕੇ ਹਾਲ ਗੇਟ ਜਾ ਕੇ ਵੜ ਕੇ ਵੇਖ ਲਓ, ਕੋਈ ਰੌਣਕ ਨਹੀਂ ਹੈਗੀ। ਦੀਵਾਲੀ ਤੋਂ ਪ੍ਰੀ ਦੀਵਾਲੀ ਜਿਹੜੀ ਰੌਣਕ ਹੁੰਦੀ ਹੈ ਬਾਜ਼ਾਰ 'ਚ ਕਿਤੇ ਨਹੀਂ ਹੈਗੀ। ਉਹਨਾਂ ਗੱਲਾਂ ਤੋਂ ਜਿਹੜੀ ਆਪਣੀ ਇਕਨੋਮਿਕ ਫੈਲਿਊਰ ਜਿਹੜੀ ਹੈਗੀ, ਸਮਾਜਿਕ ਨੀਤੀ, ਵਿਦੇਸ਼ ਨੀਤੀ, ਜਿਹੜੀ ਆਰਥਿਕ ਨੀਤੀ, ਹਰ ਪੱਖੋਂ ਸਰਕਾਰ ਫੇਲ ਆ। ਹੁਣ ਜਾਣ ਕੇ ਇਹੋ ਜਿਹੀ ਚੀਜ਼ਾਂ ਲਿਆ ਕੇ ਲੋਕਾਂ ਨੂੰ ਉਲਝਾਉਣਾ ਚਾਹੁੰਦੀ ਆ, ਤੇ ਅਸੀਂ ਪੰਗਾ ਨਹੀਂ ਲੈਣ ਦੇਵਾਂਗੇ। ਵੇਖੋ ਆਪਣੀ ਜਿਹੜੀ ਮਾਂ ਬੋਲੀ ਹੈ ਜਿਹੜੀ, ਉਹਦੇ ਨਾਲ ਅਸੀਂ ਖਿਲਵਾੜ ਜਿਹੜੇ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਪੰਜਾਬੀ। ਵੱਡੀ ਗੱਲ ਹੈਗੀ ਜੀ, ਮੈਂ ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਹੈਗਾ ਕਿ ਪੰਜਾਬ ਦੇ ਜਿਸ ਤਰ੍ਹਾਂ ਝੋਨਾ ਲੇਟ ਇਹਨਾਂ ਨੇ ਕੀਤਾ, ਇਹਨਾਂ ਦੀ ਵੱਡੀ ਸਾਜ਼ਿਸ਼ ਹੈਗੀ ਸੀ ਕਿ ਜਦੋਂ ਮੌਸਮ ਜਿਹੜਾ ਹੈਗਾ ਆ, ਮੌਸਮ ਦੇ ਨਾਲ ਤਕਰੀਬਨ ਬਾਰਿਸ਼ਾਂ ਦਾ ਮੌਸਮ ਸ਼ੁਰੂ ਹੋ ਜਾਏਗਾ, ਆਪੇ ਝੋਨੇ ਇਹਨਾਂ ਦੇ ਖਰਾਬ ਹੋ ਜਾਣਗੇ। ਕਿਸਾਨ ਜਿਹੜੀਆਂ ਮੰਗਣ ਲਾ ਕੇ ਬੈਠਾ ਆਇਆ ਆ ਕਿ ਇਹਨਾਂ ਨੂੰ ਹੋਰ ਕਿਤੇ ਨਾ ਕਿਤੇ ਇਹਨਾਂ ਨੂੰ ਦਬਾਅ ਦੇ ਤੇ ਦਬਾਇਆ ਜਾ ਸਕੇਗਾ, ਹੈ ਨਾ। ਇਹ ਨਹੀਂ ਜਿਹੜੀ ਇਹ ਘਟਨਾਵਾਂ ਜਿਹੜੀ ਗਈ ਸਾਜ਼ਿਸ਼ਾਂ ਨਤੀਜਾ ਹੀ ਗਾ, ਤਕਰੀਬਨ ਆਪਾਂ ਕਹਿ ਲਈਏ ਕਿ BSF ਨੂੰ 50 ਕਿਲੋਮੀਟਰ ਦੀ ਜਿਹੜੀ ਹੈਗੀ ਉਹ ਦਾਇਰਾ ਦੇ ਦਿੱਤਾ ਗਿਆ ਹੈ। ਕਿਤੇ ਨਾ ਕਿਤੇ ਪੰਜਾਬ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਹੀ ਕੀਤੀ ਜਾ ਰਹੀ ਹੈ। ਬਿਲਕੁਲ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਜਿਹੜਾ 50 ਕਿਲੋਮੀਟਰ ਵਾਲੀ ਤੁਸੀਂ ਜਿਹੜੀ ਦਾਇਰੇ ਵਾਲੀ ਗੱਲ ਕੀ, ਬਹੁਤ ਇਹ ਛੋਟੀ ਮੋਟੀ ਇਹ ਨਹੀਂ ਹੈ ਕਿ ਅਮਿਤ ਸ਼ਾਹ ਦੇ ਜਾਂ ਮੋਦੀ ਦੇ ਦਿਲ 'ਚ ਦਰਦ ਹੈ ਕਿ ਪੰਜਾਬ ਦਾ ਨੌਜਵਾਨ ਰੋਲ ਚੱਲਿਆ, ਪੰਜਾਬ ਦਾ ਜਵਾਨ ਪੁੱਤ ਜਿਹੜੇ ਮਰਨ ਡੇ ਆ ਨਸ਼ੇ ਖਾ ਕੇ, ਉਹ ਦਰਦ ਨਹੀਂ ਹੈਗਾ ਉਹਨਾਂ ਨੇ ਹੈਗਾ ਕਿ ਸਿਆਸੀ ਟਾਰਗੇਟ ਕਿੱਦਾਂ ਕਰਨਾ, ਜਿਹੜਾ ਸਾਡੇ ਖਿਲਾਫ ਬੋਲਦਾ, ਜਿਹੜੇ ਸਾਡੇ ਨਾਲ ਅਸਹਿਮਤ ਆ, ਜਿਹੜੇ BJP ਨਾਲ ਜਾਂ ਸਰਕਾਰ ਨਾਲ ਅਸਹਿਮਤ ਆ, ਉਹਨਾਂ ਨੂੰ ਕਿੱਦਾਂ ਹੀ ਟਾਰਗੇਟ ਕਰਕੇ ਉਹਨਾਂ ਨੂੰ ਕਿੱਦਾਂ ਹਟਾਉਣਾ। ਕਿਉਂਕਿ ਜਦੋਂ BSF ਜਾਣਗੇ ਉਹਨੂੰ ਕੋਈ ਟਾਰਗੇਟ ਕਰਨਗੇ, ਜਾ ਕੇ ਉਹਨਾਂ ਨੂੰ ਮਾਰ ਵੀ ਦਿੱਤਾ, ਐਨਕਾਊਂਟਰ ਕੁਛ ਵੀ ਕਰਤਾ, ਉਹਨਾਂ ਨੂੰ ਕਹਿ ਦੇਣਗੇ ਜੀ ਇਹਦੇ ਕੋਲ ਕੋਈ ਖੂਫੀਆ ਜਾਣਕਾਰੀ ਸੀ ਤੇ ਉਹਦੇ ਕਰਕੇ ਬੰਦੇ ਨੂੰ ਹੀ ਮਾਰਤਾ। ਜਦੋਂ ਤੁਸੀਂ ਜਾ ਕੇ ਪੁੱਛੋਗੇ, ਮੀਡੀਆ ਵਾਲੇ ਪੁੱਛਣਗੇ, RTI ਕੋਈ ਪਾਊਗਾ, ਉਹਨਾਂ ਨੇ ਕਹਿਣਾ ਜੀ ਇਹ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਮਾਮਲਾ, ਤੁਹਾਨੂੰ ਜਾਣਕਾਰੀ ਨਹੀਂ ਦੇ ਸਕਦੇ, ਕੇਸ ਕਲੋਜ਼। ਤੁਸੀਂ ਆਪਣਾ ਬੰਦਾ ਵੀ ਮਰਾਤਾ ਜਿਹੜਾ ਤੁਹਾਡੇ ਖਿਲਾਫ ਸੀ, ਕਿ ਜਿੱਤੋਂ ਤੁਹਾਨੂੰ ਸਵਾਲ ਕਰਦਾ ਸੀ, ਤੇ ਨਾਲ ਨਾ ਦਾ ਕੋਈ ਕੇਸ ਬਣਦਾ ਨਾ ਕੁਛ। ਇਹ ਸੋਚੀ ਸਮਝੀ ਸਾਜ਼ਿਸ਼ ਜਿਹੜੀ ਬਾਰਡਰ ਦੇ ਨਾਲ ਸਾਰਾ ਜਿਹੜਾ ਇਹਨਾਂ ਨੇ ਕੀਤਾ ਗਿਆ। ਇਹ ਤੁਸੀਂ ਦੇਖ ਲਓ ਜਦੋਂ 83-84 'ਚ ਵੀ ਜਦੋਂ ਵਾਜਪੇਈ ਤੇ ਅਡਵਾਨੀ ਜਦੋਂ ਰੈਲੀਆਂ ਕੱਢਦੇ ਹੁੰਦੇ ਸੀ ਕਿ ਤੁਸੀਂ ਹਮਲਾ ਕਰੋ, ਪੰਜਾਬ ਨੂੰ ਜਿਹੜਾ ਕੰਟਰੋਲ ਕਰੋ, ਉਦੋਂ ਵੀ ਇਹਨਾਂ ਦੇ ਬੈਨਰਾਂ 'ਤੇ ਲਿਖਿਆ ਹੁੰਦਾ ਸੀ ਕਿ ਜਿੰਨੇ ਬਾਰਡਰ ਦੇ ਇਲਾਕੇ ਪੰਜਾਬ ਦੇ ਉੱਚ ਫੌਜ ਲਾਈ ਜਾਵੇ। ਇਹ ਮੈਂ ਤੁਹਾਨੂੰ 35-36 ਸਾਲ ਪੁਰਾਣੀ ਗੱਲ ਦੱਸ ਰਿਹਾ ਕਿ ਉਦੋਂ ਵੀ ਇਹਨਾਂ ਨੂੰ ਬੈਨਰਾਂ 'ਤੇ ਲਿਖਿਆ ਹੁੰਦਾ ਸੀ ਅਡਵਾਨੀ ਤੇ ਵਾਜਪੇਈ ਦੇ। ਉਹ ਜਿਹੜੀ ਸਾਜ਼ਿਸ਼ਾਂ ਜਿਹੜੀਆਂ ਬਹੁਤ ਪੁਰਾਣੀਆਂ ਲੋਕ ਚੱਲਣ ਡੇ ਆ, ਪੰਜਾਬ ਨੂੰ ਖਤਮ ਕਰਨ ਦੀ ਸਾਜ਼ਿਸ਼ ਚੱਲਣ ਡਈ ਆ। ਪਰ ਇਹ ਪੰਜਾਬ ਖਤਮ ਹੋਣ ਵਾਲਾ, ਪੰਜਾਬੀ ਤੇ ਪੰਜਾਬੀਅਤ ਹੈ ਨਾ ਜਿਹੜੀ, ਇਹ ਖਤਮ ਨਹੀਂ ਹੋ ਸਕਦੀ। ਇਹ ਗੁਰੂਆਂ ਪੀਰਾਂ ਦੀ ਧਰਤੀ ਆ। ਇੱਥੇ ਵੇਖੋ ਸਾਡਾ ਕੱਲਾ ਇੰਡੀਆ 'ਚ ਕਿਹੋ ਜਿਹਾ ਪੰਜਾਬ ਸੂਬਾ ਇਹੋ ਜਿਹਾ ਜਿੱਥੇ ਅੱਜ ਤੱਕ ਤੁਸੀਂ ਕਦੀ ਧਾਰਮਿਕ ਦੰਗੇ ਕਦੀ ਅੱਜ ਤੱਕ ਵੇਖਿਆ ਨਹੀਂ, ਕਦੀ ਕਿ ਹਿੰਦੂ ਸਿੱਖ, ਹਿੰਦੂ ਮੁਸਲਮਾਨ, ਜਾਂ ਤੁਸੀਂ ਕਿਸੇ ਦੀ ਆਪਸ ਵਿੱਚ ਧਾਰਮਿਕ ਲੜਾਈਆਂ ਤੁਸੀਂ ਇੱਥੇ ਨਹੀਂ ਵੇਖੀਆਂ ਆਪਾਂ। ਇਹ ਸਾਨੂੰ ਬਖਸ਼ਿਆ, ਗੁਰੂਆਂ ਪੀਰਾਂ ਦੀ ਬਖਸ਼ਿਆ, ਤੇ ਇਹਨੂੰ ਕੋਈ ਤੋੜ ਨਹੀਂ ਸਕਦਾ। ਹੁਣ ਸਿਆਸੀ ਦਬਾਅ ਕਾਫੀ ਕਰਦੇ ਪਏ ਨੇ, ਸਿਆਸੀ ਵਾਰ ਵੀ ਕਾਫੀ ਕਰਦੇ ਪਏ ਨੇ। ਜੇ ਕੋਈ ਹੱਕ ਦੀ ਆਵਾਜ਼ ਉਠਾਉਂਦਾ, ਆਪਣੀ ਕੋਈ ਨੂੰ ਖਾਲਿਸਤਾਨੀ ਕਹਿ ਦਿੱਤਾ ਜਾਂਦਾ। ਚਾਹੇ ਆਪਾਂ ਜਿਹੜਾ ਕਿਸਾਨੀ ਸੰਘਰਸ਼ ਦੀ ਗੱਲ ਕਰ ਦਈਏ, ਉੱਥੇ ਇਹਨੇ ਹਰ ਇੱਕ ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ ਵੀ ਬੈਠੀਆਂ ਹੋਈਆਂ, ਹੈ ਨਾ। ਬੱਚੇ ਤੱਕ ਉੱਥੇ ਕਿਸਾਨੀ ਅੰਦੋਲਨ ਦੇ ਵਿੱਚ ਮੌਜੂਦ ਹੈਗੇ ਨੇ, ਇੱਕ ਵਿਰੋਧ ਕਰਦੇ ਪਏ, ਲੇਕਿਨ ਉਹਨਾਂ ਨੂੰ ਵੀ ਖਾਲਿਸਤਾਨੀ ਕਹਿ ਕੇ ਜਾਂ ਅੱਤਵਾਦੀ ਕਿਹਾ ਜਾਂਦਾ ਪਿਆ। ਖਾਲਿਸਤਾਨੀ ਅੱਤਵਾਦੀ ਇਹਨਾਂ ਨੇ ਸ਼ੁਰੂ ਇਹਨਾਂ ਨੇ ਬਹੁਤ ਪ੍ਰੋਪੇਗੈਂਡਾ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਹੜੇ ਇਹਦੇ ਨਾਲ ਹਰਿਆਣੇ ਵਾਲੇ ਟੁੱਟ ਜਾਣਗੇ, UP ਵਾਲੇ ਟੁੱਟ ਜਾਣਗੇ, ਰਾਜਸਥਾਨ ਵਾਲੇ ਟੁੱਟ ਜਾਣਗੇ, ਬਾਕੀ ਸਟੇਟਾਂ ਨੇ। ਉਹਨਾਂ ਸਾਡਾ ਪਿਆਰ ਗੂੜਾ ਹੁੰਦਾ ਗਿਆ,
ਉਹਨਾਂ ਸਾਡਾ ਪੂਰੀ 28 29 ਸਟੇਟਾਂ 'ਚ ਸਾਡਾ ਪੈਰ ਗੁਣਾ ਹੁੰਦਾ ਗਿਆ। ਤੁਸੀਂ ਰੇਲਵੇ ਵੇਖ ਲਓ ਜਿਹੜੀ ਰੋਕੀਆਂ ਸੀ ਸਾਰੀਆਂ ਸਟੇਟਾਂ 'ਚੋਂ, ਭਾਵੇਂ ਗ੍ਰਿਫਤਾਰੀਆਂ ਲੋਕਾਂ ਨੇ, ਮੱਧ ਪ੍ਰਦੇਸ਼ ਜਿਹੜਾ ਬੀਜੇਪੀ ਸਰਕਾਰ ਉੱਥੇ ਰੂਲ ਕਰਦੀ, ਉੱਥੇ ਇਹਨਾਂ ਨੇ ਗ੍ਰਿਫਤਾਰੀਆਂ ਵੀ ਦਿੱਤੀਆਂ, ਕਿਸਾਨਾਂ ਦੇ ਧਾਰਾਵਾਂ ਵੀ ਲਾਈਆਂ ਜਿਹੜੀਆਂ ਬਹੁਤ ਧਾਰਾਵਾਂ ਨਹੀਂ ਲੱਗਣੀਆਂ ਚਾਹੀਦੀਆਂ ਸੀ, ਫਿਰ ਵੀ ਉਹਨਾਂ ਨੇ ਅੱਗੇ ਵੱਧ ਕੇ ਗ੍ਰਿਫਤਾਰੀਆਂ ਦਿੱਤੀਆਂ ਅਤੇ ਕਿਸਾਨਾਂ ਦਾ ਸਾਥ ਦਿੱਤਾ। ਉਹਦੇ ਬਾਅਦ ਹੀ ਵੇਖ ਲਓ ਸਗੋਂ ਪਿਆਰ ਸਾਡਾ ਗੂੜਾ ਹੋਣ ਡਿਆ ਆਪਸ ਵਿੱਚ, ਜਿਹੜੇ ਜਿਹਨੂੰ ਇਹ ਤੋੜਨਾ ਚਾਹੁੰਦੀ ਆ ਭਾਜਪਾ ਜਿਹੜੀ ਆਪਣੀ ਦੇਸ਼ ਦਾ ਅਖੰਡਤਾ, ਇੰਟੀਗ੍ਰਿਟੀ, ਦੇਸ਼ ਦਾ ਜਿਹੜਾ ਪਿਆਰ ਆ, ਸ਼ਾਂਤੀ ਪਿਆਰ, ਉਹਨੂੰ ਤੋੜਨਾ ਚਾਹੁੰਦੀ ਆ, ਉਹ ਸਗੋਂ ਉਲਟਾ ਵਧਣ ਡਿਆ। ਇਹਨਾਂ ਦੀ ਇੱਕ ਚੀਜ਼ ਹੋਰ ਦੱਸਦਾ ਤੁਹਾਨੂੰ ਮੈਂ, ਜਦੋਂ ਕਹਿੰਦੇ ਨਾ ਕਿ ਇੱਕ ਝੂਠ ਨੂੰ ਲੁਕਾਉਣ ਲਈ 100 ਝੂਠ ਬੋਲਣਾ ਪੈਂਦਾ, ਇਹ ਆਪਣੀ ਹਰ ਪੁਰਾਣੀ ਇੱਕ ਜਿਹੜਾ ਇਹਨਾਂ ਨੇ ਗਲਤ ਕੰਮ ਕੀਤਾ ਹੁੰਦਾ ਉਹਨੂੰ ਲੁਕਾਉਣ ਲਈ ਫਿਰ ਇੱਕ ਗਲਤ ਕੰਮ ਕਰਨਾ ਪੈਂਦਾ। ਉੱਦਾਂ ਦਾ ਕਰਕੇ ਇਹਨਾਂ ਦਾ ਪਾਪ ਦਾ ਘੜਾ ਜਿਹੜਾ ਉਹ ਭਰਦਾ ਜਾਣ ਡਿਆ, ਅਤੇ ਉਹ ਹੁਣ ਬਹੁਤ ਨਜ਼ਦੀਕ ਆ ਗਿਆ ਕਿ ਉਹ ਲੀਕ ਤੱਕ ਪਹੁੰਚ ਗਿਆ ਬਿਲਕੁਲ। ਅਤੇ ਇਸ ਤੋਂ ਵੱਧ ਹੁਣ ਜਨਤਾ ਜਿਹੜੀ ਉਹ ਫਿਰ ਬੈਕਫਾਇਰ ਕਰੂਗੀ, ਕਿਉਂਕਿ ਹੁਣ ਲੋਕਾਂ ਦੇ ਜਿਹੜੇ ਹੁਣ ਲੋਕਾਂ ਦੀ ਰੋਟੀ ਜਿਹੜੀ ਉਹ ਖਾਣੀ ਮੁਸ਼ਕਿਲ ਹੋਣ ਦੀ, 2 ਵਕਤ ਦਾ ਰੋਟੀ ਖਾਣਾ ਮੁਸ਼ਕਿਲ ਹੋਣ ਦੀ। ਅਸਲੀ ਮੁੱਦਾ ਦੇਸ਼ ਦਾ ਇਹ ਆ ਕਿ ਹਰ ਚੀਜ਼ ਜਿਹੜੀ ਪਹੁੰਚ ਤੋਂ ਬਾਹਰ ਹੁੰਦੀ ਜਾਂਦੀ। ਹੁਣ ਸਿਲੰਡਰ ਵੇਖੋ ਫਿਰ ਆ ਗਿਆ ਕਿ 150 ਰੁਪਏ ਸਿਲੰਡਰ ਵਧਾਉਣ ਲੱਗੇ ਆ, ਵੇਖੋ, ਅਤੇ ਕਿੱਥੇ ਜਾਊ ਜਨਤਾ, ਕਿੱਥੋਂ ਖਾਊਗੀ ਰੋਟੀ। ਰੋਸ਼ਨੀ ਆਪਾਂ ਫਿਰ ਇਹ ਤੋਂ ਅਸੀਂ ਆਏ ਨੇ ਫਿਰ ਜਿਹੜਾ ਅੱਗੇ ਪੰਜਾਬੀ ਭਾਸ਼ਾ ਦੇ ਵੱਲ, ਕਿ ਪੰਜਾਬੀ ਜਿਹੜੀ ਮਾਂ ਬੋਲੀ ਨੂੰ ਤਕਰੀਬਨ ਇਹਨਾਂ ਬਾਹਰ ਕੱਢਣ ਦੀ ਕੋਸ਼ਿਸ਼ ਹੀ ਕੀਤੀ ਜਾ ਰਹੀ ਹੈਗੀ। ਉਹਦੇ ਵਿੱਚ ਸਟੂਡੈਂਟ ਵੀ ਜਿਹੜੇ ਹੈਗੇ ਆ ਉਹ ਕਾਫੀ ਫਰਕ ਉਹਨਾਂ ਨੂੰ ਪਏਗਾ, ਟੀਚਰਾਂ ਨੂੰ ਵੀ ਕਾਫੀ ਫਰਕ ਪਏਗਾ। ਬਿਲਕੁਲ, ਟੀਚਰਾਂ ਨੂੰ ਫਰਕ ਪਊਗਾ ਬਹੁਤ ਜ਼ਿਆਦਾ, ਕਿ ਉਹ ਜਿਹੜੇ ਪੰਜਾਬੀ ਟੀਚਰਸ ਆ ਉਹ ਫਿਰ ਕੀ ਕਰਨਗੇ, ਕਿੱਧਰ ਜਾਣਗੇ, ਉਹ ਫਿਰ ਨਵੀਂ ਲੈਂਗੁਏਜ ਸਿੱਖਣਗੇ ਇਸ ਉਮਰ ਵਿੱਚ। ਇੱਕ ਹੋਰ ਸਟੂਡੈਂਟ ਜਿਹੜੇ ਉਹ ਸ਼ੁਰੂ ਤੋਂ ਜਿਹੜੀ ਜਿਨ੍ਹਾਂ ਦਾ ਮੁੱਢ ਵੱਜਿਆ ਕਿ ਚਲੋ ਕਿ ਪੰਜਾਬੀ ਲੈਂਗੁਏਜ ਜਿਹੜੀ, ਇਹ ਦੇਖੋ ਕੋਰਟ ਨੇ ਵੀ ਕਿਹਾ ਕਿ 5ਵੀਂ ਕਲਾਸ ਤੱਕ ਤੁਸੀਂ ਜਿਹੜਾ ਬੱਚਾ ਉਹਨੂੰ ਮਦਰ ਟੰਗ ਵਿੱਚ ਪੜ੍ਹਾਓ ਉਹਨੂੰ। ਈਵਨ CBSE ICSE ਨੂੰ ਵੀ ਇਹ ਗੱਲ ਡਾਇਰੈਕਸ਼ਨ ਜਾਰੀ ਕੀਤੀਆਂ ਸੀ ਕਿ ਤੁਸੀਂ ਜਿਹੜਾ ਬੱਚਾ 5ਵੀਂ ਕਲਾਸ ਤੱਕ ਉਹਨੂੰ ਉਹਦੇ ਮਦਰ ਟੰਗ ਵਿੱਚ ਉਹਨੂੰ ਸਮਝਾਓ ਤਾਂ ਕਿ ਉਹਨੂੰ ਪੱਲੇ ਪੈ ਜਾਏ, ਘੋਲ ਕੇ ਪਿਆ ਦਿਓ, ਕਿਉਂਕਿ ਉਹਨੂੰ ਅੰਗਰੇਜ਼ੀ ਵੀ ਦੀ ਲੋੜ ਨਹੀਂ ਆ ਜਾਂ ਨਾ ਹਿੰਦੀ ਦੀ, ਉਹਨੂੰ ਉਹਦੇ ਜਿਹੜੇ ਸਟੇਟ ਵਿੱਚ ਹੈਗਾ ਉਹਦੀ ਮਦਰ ਟੰਗ ਵਿੱਚ ਸਮਝਾਈ ਜਾਣੀ ਚਾਹੀਦੀ ਹੈ। ਇਹਦੇ ਨਾਲ ਬਹੁਤ ਵੱਡਾ ਨੁਕਸਾਨ ਹੋਊਗਾ ਕਿ ਸਡਨਲੀ ਜਿਹੜਾ ਇਹਨਾਂ ਨੇ ਬੱਚਿਆਂ ਨੂੰ ਜਿਹਦਾ ਹੁਣ ਇਹਨਾਂ ਨੇ ਚੇਂਜ ਕਰਤਾ ਪੰਜਾਬੀ ਨੂੰ, ਅਤੇ ਉਹਦੇ ਨਾਲ ਫਿਰ ਬੱਚਿਆਂ ਨੂੰ ਸਭ ਤੋਂ ਵੱਡਾ ਬੱਚਿਆਂ ਦਾ ਨੁਕਸਾਨ ਹੋਣਾ ਜਿਹੜਾ, ਅਤੇ ਪੰਜਾਬੀ ਭਾਸ਼ਾ ਦਾ ਤਾਂ ਹੋਣਾ ਹੀ ਹੋਣਾ ਵਾ ਨੁਕਸਾਨ, ਜਿਹੜਾ ਪੰਜਾਬ ਦਾ ਹੋਣਾ ਵਾ, ਪਲੱਸ ਜਿਹੜਾ ਬੱਚਿਆਂ ਦਾ ਜਿਹੜਾ ਜ਼ਿਆਦਾ ਨੁਕਸਾਨ ਹੋਣਾ। ਭਾਜਪਾ ਸ਼ੁਰੂ ਤੋਂ ਇਹ ਗੱਲ ਵੇਖੋ ਕਹਿੰਦੀ ਰਹੀ ਹੈ, ਜਿਹੜੀ ਰੂਲਿੰਗ ਪਾਰਟੀ ਜਿਹੜੀ, ਕਿ ਲੋਕਾਂ ਨੂੰ ਦੂਜਿਆਂ ਨੂੰ ਜਿਹੜਾ ਆਵਾਜ਼ ਚੁੱਕਦਾ ਉਹਨੂੰ ਟੁਕੜੇ ਟੁਕੜੇ ਗੈਂਗ ਕਹਿੰਦੀ ਆ। ਜਿਹੜਾ ਬੰਦਾ ਇਹਨਾਂ ਦੇ ਸਵਾਲ ਚੁੱਕਦਾ ਮਹਿੰਗਾਈ 'ਤੇ, ਬੇਰੁਜ਼ਗਾਰੀ 'ਤੇ, ਕਿਸੇ ਵੀ ਚੀਜ਼ 'ਤੇ, ਦੇਸ਼ ਦੇ ਬੇਸਿਕ ਮੁੱਦਿਆਂ 'ਤੇ, ਉਹਨੂੰ ਟੁਕੜੇ ਟੁਕੜੇ ਗੈਂਗ ਕਹਿੰਦੀ ਆ। ਮੈਂ ਅੱਜ ਕਹਿਣਾ ਚਾਹੁੰਦਾ ਕਿ ਭਾਜਪਾ ਖੁਦ ਇੱਕ ਕੀਮਾ ਗੈਂਗ ਆ। ਟੁਕੜੇ ਤੇ ਫਿਰ ਵੀ ਜੋੜ ਦਾਂਗੇ, ਇੱਕ ਕਾਗਜ਼ ਦੇ 4 ਟੁਕੜੇ ਕਰ ਲਓ ਫਿਰ ਟੇਪ ਨਾਲ ਜੁੜ ਜਾਣਗੇ। ਜਿਹੜਾ ਕੀਮਾ ਜਿਹੜਾ ਉਹ ਕਦੀ ਜੁੜਦਾ ਨਹੀਂ ਆ। ਇਹ ਜਿਹੜਾ ਕੀਮਾ ਗੈਂਗ ਆ, ਅਤੇ ਇਹ ਦੇਸ਼ ਦੇ ਕੀਮਾ ਕਰਨ 'ਤੇ ਲੱਗੀ ਆ, ਪਰ ਜਿੰਨਾ ਇਹ ਆਪਣਾ ਕੀਮਾ ਕਰਨ 'ਤੇ ਲੱਗੇ ਆ ਉਹਨਾਂ ਦੇਸ਼ ਸਗੋਂ ਅੰਦਰ ਖਾਤੇ ਜੁੜਨ ਡਿਆ। ਜਿਹੜੇ ਤਾਂ ਆਪਾਂ ਬੰਦੇ ਹੋਰ ਇਹਨਾਂ ਦੇ ਦੇਖਦੇ ਸੋਸ਼ਲ ਮੀਡੀਆ 'ਤੇ, ਵਰਚੁਅਲ ਮੀਡੀਆ 'ਤੇ ਜਿਹੜੇ ਬੰਦੇ ਜਿਹੜੇ ਇਹਨਾਂ ਨੂੰ ਸਪੋਰਟ ਕਰਦੇ ਆ, ਉਹ ਸਾਰੇ ਫੇਕ ਪ੍ਰੋਫਾਈਲ, ਫੇਕ ID ਵਾਲੇ ਬੰਦੇ ਆ, ਜਿਹੜੇ ਇਹਨਾਂ ਨੂੰ ਮੋਦੀ ਨੂੰ ਅਜੇ ਵੀ ਚੰਗਾ ਕਹਿੰਦੇ ਆ। ਤੁਸੀਂ ਗਰਾਊਂਡ 'ਤੇ ਵੇਖ ਲਓ, ਮੇਰੇ ਆਲੇ ਦੁਆਲੇ ਵੇਖ ਲਓ, 10 ਕਿਲੋਮੀਟਰ 20 ਕਿਲੋਮੀਟਰ ਘੁੰਮਦਾ ਮੈਂ ਕਿਤੇ ਵੀ, ਕੋਈ ਬੰਦਾ ਰੋਡ 'ਤੇ ਆ ਕੇ ਨਹੀਂ ਕਹਿੰਦਾ ਕਿ ਮੋਦੀ ਦੀ ਨੀਤੀਆਂ ਚੰਗੀਆਂ, ਕੋਈ ਨਹੀਂ ਬੋਲਦਾ। ਸਿਰਫ ਤੁਹਾਨੂੰ ਫੇਸਬੁੱਕ 'ਤੇ ਜਾਂ ਦੂਜੇ ਤੁਹਾਨੂੰ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲਦਾ ਕਿ ਜਿਹੜੇ ਬੰਦੇ ਨੂੰ ਚੰਗੇ ਕਹਿੰਦੇ, ਉਹ ਇਹਨਾਂ ਦੇ ਬੰਦੇ ਰੱਖੇ ਆ ਦਿਹਾੜੀ 'ਤੇ ਜਿਹੜਾ ਇਹਨੂੰ ਚੰਗਾ ਬੋਲਣ ਵਾਲੇ। ਅਤੇ ਹਾਂ, ਮੈਂ ਖੁਦ ਆਪਣੀ ਗੱਲ ਤੁਹਾਨੂੰ ਦੱਸਦਾ ਕਿ ਮੈਂ ਆਂਧਰਾ ਪੜ੍ਹਿਆ ਜੀ, ਗੁਰਪ੍ਰੀਤ ਜੀ, ਮੈਂ ਆਂਧਰਾ ਪੜ੍ਹਿਆ ਅਤੇ ਵਿਸ਼ਾਖਾਪਟਨਮ ਪੜ੍ਹਿਆ, ਅਤੇ ਬਚਪਨ ਤੋਂ ਉੱਥੇ ਸਾਨੂੰ ਕੰਪਲਸਰੀ ਸੀ ਤੇਲਗੂ ਬੋਲਣਾ, ਲਿਖਣਾ, ਪੜ੍ਹਨਾ ਸਾਨੂੰ ਸਿਖਾਇਆ ਗਿਆ। 10ਵੀਂ ਤੱਕ ਸਾਨੂੰ ਕੰਪਲਸਰੀ, ਅਤੇ ਸਾਨੂੰ ਕੋਈ ਗੱਲ ਨਹੀਂ, ਜਿਹੜੀ ਸਟੇਟ 'ਚ ਰਹੀਦਾ ਉੱਥੇ ਉਹਦੀ ਲੈਂਗੁਏਜ ਨੂੰ ਰਿਸਪੈਕਟ ਕਰੋ, ਕਲਚਰ ਨੂੰ ਰਿਸਪੈਕਟ ਕਰੋ। ਸਿਰਫ ਇੱਕ ਪੰਜਾਬ ਨੂੰ ਇਹਨਾਂ ਨੇ ਬਣਾ ਕੇ ਰੱਖਿਆ ਵਾ, ਅਤੇ ਉਹ ਮੈਂ ਚਾਹੁੰਦਾ ਕਿ ਜਲਦੀ ਜੇ ਫੈਸਲਾ ਵਾਪਸ ਲਿੱਤਾ ਜਾਵੇ ਤਾਂ ਚੰਗਾ, ਨਹੀਂ ਤਾਂ ਫਿਰ ਇਹਦਾ ਬਹੁਤ ਵੱਡਾ ਜਿਹੜਾ ਪਰਿਣਾਮ ਭੁਗਤਣਾ ਪਊਗਾ ਇਹਨਾਂ ਨੂੰ। ਬੇਰੁਜ਼ਗਾਰੀ ਪੰਜਾਬ ਦੇ ਵਿੱਚ ਪਹਿਲਾਂ ਹੀ ਹੈਗੀ ਹੈ, ਤਕਰੀਬਨ ਹਰ ਪਾਸੇ ਜਿਹੜੀ ਮਹਿੰਗਾਈ ਵੱਧਦੀ ਵੀ। ਜੇ ਆਪਾਂ ਪੈਟਰੋਲ ਦੀ ਗੱਲ ਕਰੀਏ, ਲਗਾਤਾਰ ਰੋਜ਼ ਦੇ ਰੋਜ਼ 30 ਪੈਸੇ 40 ਪੈਸੇ ਪੈਟਰੋਲ ਵੱਧ ਗਿਆ, ਤਕਰੀਬਨ 109 ਰੁਪਏ ਦੇ ਲੀਟਰ ਜਿਹੜਾ ਪੈਟਰੋਲ ਹੋ ਚੁੱਕਾ ਹੈਗਾ। ਗੈਸ ਦੇ ਭਾਅ ਵੀ ਵਧਣ ਦੇ, ਹਰ ਇੱਕ ਚੀਜ਼ ਵੱਧਦੀ ਪਈ ਗਈ ਹੈ। ਲੇਕਿਨ ਹੁਣ ਜਿਹੜੇ ਸਰਕਾਰੀ ਨੌਕਰੀ ਕਰਦੇ ਵੀ, ਚਾਹੇ ਉਹ ਟੀਚਰ ਹੈਗੇ, ਟੀਚਰ ਕਿ ਪਹਿਲਾਂ ਹੀ ਆਪਣੇ ਰੋਸ ਪ੍ਰਦਰਸ਼ਨ ਕਰਦੇ ਵੀ, ਚਾਹੇ ਪੰਜਾਬ ਸਰਕਾਰ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਨਾਲ, ਹੈ ਨਾ, ਉਹਨਾਂ ਨੂੰ ਇੱਕ ਬੇਰੁਜ਼ਗਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਵੱਡੀ ਗੱਲ ਹੈਗੀ ਹੈ, ਜਿਹੜੇ ਇਸ ਕਿੱਤੇ ਨਾਲ ਜੁੜੇ ਹੈਗੇ ਆ, ਦੁਕਾਨਦਾਰ ਵੀ ਜਿਹੜੇ ਹੈਗੇ ਆ, ਜਿਹੜੇ ਬੁੱਕਸ ਸਟੋਰ ਹੁੰਦੇ ਆ, ਉਹਨਾਂ ਨੂੰ ਵੀ ਤਕਰੀਬਨ ਵਿਹਲੇ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ। ਬਿਲਕੁਲ, ਉਹਨਾਂ ਨੂੰ, ਕਿਉਂਕਿ ਸਾਰੀ ਇਹ ਫੇਲ ਕਰਨਾ ਚਾਹੁੰਦੀ ਹੈ ਇਕਨੋਮੀ। ਮੈਂ ਤੁਹਾਨੂੰ ਦੱਸਦਾ ਇੱਕ ਹੋਰ ਗੱਲ, ਜਿਹੜੀ ਆਉਣ ਵਾਲੀ ਗੱਲ ਮੈਂ ਤੁਹਾਨੂੰ ਦੱਸਦਾ। ਇਹਨਾਂ ਨੇ ਸਾਰਾ ਜਿਹੜਾ ਸਿੱਖਿਆ ਜਿਹੜਾ ਸਾਡਾ ਤੰਤਰ ਹੈ ਨਾ, ਜਿਹਦੇ ਪਹਿਲਾਂ ਯੂਨੀਵਰਸਿਟੀਆਂ ਚਾਲੂ ਕਰਨਾ ਇਹਨਾਂ ਨੇ, ਜਿੰਨੀਆਂ ਯੂਨੀਵਰਸਿਟੀਆਂ ਕਾਲਜ ਆ, ਇਹ ਜੀਓ ਯੂਨੀਵਰਸਿਟੀ ਨੂੰ ਦੇਣ ਲੱਗੇ ਆ। ਜੀਓ ਯੂਨੀਵਰਸਿਟੀ ਆ, ਤੁਹਾਡਾ 15 ਕਿੱਲਿਆਂ ਦਾ ਇੱਕ ਪਲਾਟ ਆ ਅਹਿਮਦਾਬਾਦ, ਜਿੱਥੇ ਇੱਕ ਟੁੱਟਾ ਜਿਹਾ ਬੋਰਡ ਲੱਗਾ, ਸਾਈਟ ਪ੍ਰਪੋਜ਼ਡ ਫॉर ਜੀਓ ਯੂਨੀਵਰਸਿਟੀ। ਉੱਥੇ ਕੋਈ JCB ਨਹੀਂ ਲੱਗੀ, ਕੋਈ ਨੀਹਾਂ ਨਹੀਂ ਅਜੇ ਤੱਕ ਪੁੱਟੀਆਂ ਗਈਆਂ। ਉਹਨੂੰ 2018 ਵਿੱਚ ਸਾਡੇ ਪ੍ਰਧਾਨ ਮੰਤਰੀ ਮੋਦੀ ਨੇ ਯੂਨੀਵਰਸਿਟੀ ਆਫ ਐਮੀਨੈਂਸ ਅਵਾਰਡ ਉਹਨੂੰ ਦੇ ਦਿੱਤਾ, ਕਿ ਜਿਹੜੀ ਸਭ ਤੋਂ ਦੇਸ਼ ਦੀ ਚੰਗੀ ਯੂਨੀਵਰਸਿਟੀ, ਜਿਹਦਾ ਸਿਰਫ ਅਜੇ ਪਲਾਟ 'ਚ ਇੱਕ ਬੋਰਡ ਲੱਗਾ। ਇਹ ਸਾਰਾ ਚੱਲਣ ਡਿਆ ਉਹਨੂੰ ਉਹਦੇ ਥੱਲੇ ਲਿਆਉਣ ਜੀ, ਕਿ ਉਹ ਵੀ ਸਿੱਖਿਆ ਤੰਤਰ, ਜਿਹੜੇ ਬੱਚੇ ਸਕੂਲਾਂ 'ਚ ਫੀਸ ਦਿੰਦੇ, ਯੂਨੀਵਰਸਿਟੀਆਂ ਫੀਸ ਦਿੰਦੇ ਆ, ਉਹ ਵੀ ਫੀਸ ਜਿਹੜੀ ਇਹਨਾਂ ਦੇ ਜਿਹੜੀ ਰਿਲਾਇੰਸ ਕੋ ਜਾਵੇ, ਅੰਬਾਨੀ ਕੋ ਜਾਵੇ। ਸੜਕਾਂ 'ਤੇ ਦੇਤੀ ਇਹਨਾਂ ਨੇ, ਹਵਾਈ ਅੱਡੇ ਦੇ ਤੇ, ਰੇਲਵੇ ਵੀ ਦੇਤਾ। ਇਹ ਸਾਰਾ ਇਹਦੇ ਬਾਅਦ ਹੈਲਥ ਕੇਅਰ ਦੀ ਵਾਰੀ ਆਉਣੀ, ਜਿੰਨੇ ਤੁਹਾਡੇ ਸਿਵਲ ਹਸਪਤਾਲ ਆ, ਗੁਰੂ ਨਾਨਕ ਹਸਪਤਾਲ ਆ, ਸਾਰੇ ਪ੍ਰਾਈਵੇਟ ਹੋਣਗੇ। ਉਹਦੇ ਬਾਅਦ ਪ੍ਰਾਈਵੇਟ ਹਸਪਤਾਲਾਂ ਨੂੰ ਫਿਰ ਇਹਨਾਂ ਨੇ ਬੰਦ ਕਰਨ ਦਾ ਉਹ ਵੀ ਲਿਆਉਣਾ ਇਹਨਾਂ ਨੇ ਮਸੌਦਾ, ਕਿ ਪ੍ਰਾਈਵੇਟ ਹਸਪਤਾਲ ਜਿਹੜੇ ਸਾਰੇ ਬੰਦ ਹੋਣ ਅਤੇ ਸਿਰਫ ਰਿਲਾਇੰਸ ਹੈਲਥ ਕੇਅਰ ਦੇ ਥੱਲੇ ਸਾਰੇ ਚੱਲਣ। ਇਹ ਵਾਰੀ ਸਭ ਦੀ ਆਉਣੀ ਆ, ਜਿਹੜੇ ਅੱਜ ਪਿੱਛੇ ਹੋ ਕੇ ਬੈਠੇ ਆ, ਪਿੱਛੇ ਕੁਸ਼ਨ ਰੱਖ ਕੇ ਬੈਠੇ ਆ, ਅਤੇ ਆਰਾਮ ਨਾਲ ਕਿ ਕੋਈ ਨਹੀਂ, ਸਾਨੂੰ ਨਹੀਂ ਫਰਕ ਪੈਂਦਾ, ਕੋਈ ਗੱਲ ਨਹੀਂ। ਇਹ ਵਾਰੀ ਸਾਰਿਆਂ ਦੀ ਆਉਣੀ ਆ, ਇੱਕ ਇੱਕ ਕਰਕੇ।
ਸਮਝਦੇ ਕਿ ਜਿਉਂ ਦਾ ਦੇਸ਼ ਦੇ ਪ੍ਰਧਾਨ ਮੰਤਰੀ ਪੀਐਮ ਮੋਦੀ ਨਰਿੰਦਰ ਜੀ ਆਏ ਨੇ, ਤਕਰੀਬਨ ਨਰਿੰਦਰ ਮੋਦੀ ਜਿਉਂ ਦੇ ਵੀ ਦੇਸ਼ ਦੇ ਪ੍ਰਧਾਨ ਮੰਤਰੀ ਆਏ ਨੇ ਕਿ ਦੇਸ਼ ਨੂੰ ਇੱਕ ਬਰਬਾਦ ਕਰਨ ਦੇ ਰਾਹ ਦੇ ਵੱਲ ਤੋਰਿਆ ਜਾ ਰਿਹਾ। ਫੇਕ ਆંકੜੇ ਸਾਹਮਣੇ ਕੀਤੇ ਜਾ ਰਹੇ ਆ ਕਿ ਜਦ ਕਿ ਜਿਹੜੀ ਸੱਚਾਈ ਹੈਗੀ ਆ ਉਹ ਕੁਝ ਹੋਰ ਹੈਗੀ ਆ ਕਿ ਜੋ ਮਤਲਬ ਕਿ ਦੱਸਦੇ ਆ ਉਹ ਕੁਝ ਹੋਰ ਆ। ਆંકੜਿਆਂ ਤੋਂ ਗੁਰਪ੍ਰੀਤ ਜੀ ਮੇਰੇ ਗੱਲ ਯਾਦ ਆਈ ਆ ਹੁਣ ਪਿੱਛੇ ਜਿਹਨਾਂ 3-4 ਦਿਨ ਪਹਿਲਾਂ 100 ਕਰੋੜ ਦਾ ਮੰਗਾਇਆ ਕਿ 100 ਕਰੋੜ ਲੋਕਾਂ ਨੂੰ ਟੀਕਾ ਲਾ ਚੁੱਕੇ, ਬੜਾ ਆਪਣੀ ਪਿੱਠ ਥਪਥਪਾਉਣ ਡੇ ਉੱਤੇ ਭੰਗੜੇ ਪਾਉਣ ਡੇ ਹੈ। ਦੱਸੋ ਤੁਸੀਂ 100 ਕਰੋੜ ਕਿੱਥੇ ਤੁਹਾਡੇ ਕੋਲ ਡੇਟਾ ਆਇਆ? ਇਹ 'ਚ ਸੁਪਰੀਮ ਕੋਰਟ ਨੇ ਤੁਹਾਨੂੰ ਡੰਡਾ ਦਿੱਤਾ। ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜਾ ਤੁਸੀਂ ਟੀਕੇ ਲਾਓ, ਨਹੀਂ ਤਾਂ ਪੀਐਮ ਕੇਅਰ ਫੰਡ ਦਾ ਜਿਹੜਾ 31 ਤਰੀਕ ਤੋਂ ਪਹਿਲਾਂ ਪੀਐਮ ਕੇਅਰ ਫੰਡ ਦਾ ਤੁਸੀਂ ਹਿਸਾਬ ਦਿਓ ਕਿ ਤੁਹਾਡਾ ਪੀਐਮ ਕੇਅਰ ਫੰਡ ਕਿੱਥੇ ਵਰਤਿਆ ਗਿਆ ਜਾਂ ਤੇ ਟੀਕੇ ਲਾਓ। ਇਹ ਜੂਨ ਦੀ ਗੱਲ ਹੈ। ਜੂਨ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਰੂਲ ਇਹਨਾਂ ਨੂੰ ਕੀਤਾ ਸੀ, ਨੋਟਿਸ ਜਾਰੀ ਕੀਤਾ ਸੀ। ਉਹਦੇ ਬਾਅਦ ਇਹਨਾਂ ਨੇ ਜਿਹੜਾ ਹਫੜਾ ਦਫੜੀ ਵਿੱਚ ਜਦੋਂ ਗੰਗਾ ਨਦੀ ਲਾਸ਼ਾਂ ਤੈਰਨ ਡੀਆਂ ਸੀ, ਉਹਦੇ ਬਾਅਦ ਉਸ ਦੌਰ ਦੀ ਗੱਲ ਹੈ, ਉਦੋਂ ਇਹਨਾਂ ਨੇ ਇੱਕ ਆਦੇਸ਼ ਜਾਰੀ ਕੀਤਾ ਕਿ ਟੀਕੇ ਸਾਰਿਆਂ ਨੂੰ ਲਾਓ। 100 ਕਰੋੜ ਟੀਕੇ ਕਿੱਥੋਂ ਲਾਤੇ ਤੁਹਾਡੇ ਕੋਲ ਜਦੋਂ ਡੇਟਾ ਅਵੇਲੇਬਲ ਨਹੀਂ ਹੈ? ਅੱਜ ਬੇਰੁਜ਼ਗਾਰੀ ਦਾ ਡੇਟਾ, ਕਿਸਾਨਾਂ ਦੀ ਆਤਮ ਹੱਤਿਆ ਦੇ ਡੇਟਾ, ਕੋਈ ਡੇਟਾ ਇਹਨਾਂ ਕੋਲ ਅਵੇਲੇਬਲ ਨਹੀਂ ਆ। ਇਹਨਾਂ ਲੋਕ ਸਭਾ 'ਚ ਖਲੋ ਕੇ ਇਹਨਾਂ ਦੇ ਮੰਤਰੀ ਕਹਿੰਦੇ ਕਿ ਸਾਡੇ ਕੋਲ ਡੇਟਾ ਅਵੇਲੇਬਲ ਨਹੀਂ ਆ। ਜਿਹੜੇ ਪਿਛਲੇ ਸਾਲ ਤੁਸੀਂ ਦੇਖਿਆ ਹੈਲੀਕਾਪਟਰਾਂ ਜਿਹੜੇ ਇਹਨਾਂ ਨੇ ਫੁੱਲਾਂ ਦੀ ਵਰਖਾ ਹੋਣ ਦੀ ਸੀ ਕਿ ਸਰਕਾਰੀ ਹਸਪਤਾਲਾਂ, ਦੇਖੋ ਜੀ ਹਸਪਤਾਲਾਂ 'ਚ ਜਿਹੜੇ ਸਾਡੇ ਹੈਲਥ ਕੇਅਰ ਵਰਕਰ ਹੈ, ਡਾਕਟਰਸ ਆ, ਉਹਨਾਂ ਦੇ ਫੁੱਲਾਂ ਦੀ ਵਰਖਾ ਹੋਣੀ ਚਾਹੀਦੀ ਆ। ਪਿਛਲੇ ਸਾਲ ਉਹਨਾਂ 'ਚ 750 ਤੋਂ ਵੱਧ ਬੰਦਾ ਜਿਹੜਾ ਪੂਰਾ ਹੋ ਗਿਆ, ਜਿਨ੍ਹਾਂ 'ਚੋਂ ਹੈਲਥ ਵਰਕਰ ਸੀ, ਨਰਸਾਂ ਸੀ, ਜਿਹੜੇ ਸਟਾਫ ਬॉय ਸੀ, ਵਾਰਡ ਬॉय ਸੀ, ਐਂਬੂਲੈਂਸ ਡਰਾਈਵਰ ਸੀ, ਜਿਹੜੇ ਕੋਵਿਡ ਕਰਕੇ ਜਿਨ੍ਹਾਂ ਦੀ ਜਾਨਾਂ ਗਈਆਂ। ਇਹਨਾਂ ਨੇ ਲੋਕ ਸਭਾ 'ਚ ਖਲੋ ਕੇ ਇਹਨਾਂ ਦੇ ਹੈਲਥ ਮਿਨਿਸਟਰ ਨੇ ਗੱਲ ਕਹੀ ਕਿ ਸਾਡੇ ਕੋਲ ਡੇਟਾ ਨਹੀਂ ਹੈਗਾ। ਫਿਰ ਤੁਹਾਡੇ ਕੋਲ 100 ਕਰੋੜ ਟੀਕਿਆਂ ਦਾ ਡੇਟਾ ਕਿੱਥੋਂ ਆ ਗਿਆ? ਬਾਕੀ ਤੁਹਾਡੇ ਕੋਲ ਕੋਈ ਡੇਟਾ ਨਹੀਂ ਹੁੰਦਾ। ਬਿਲਕੁਲ ਜੀ। ਸਮਝਦੇ ਕਿ ਜਿਹੜਾ ਕਿ ਕਰੋਨਾ ਦਾ ਵੈਕਸੀਨ ਦਾ ਜਿਹੜਾ ਟੀਕਾ ਲੱਗਦਾ ਪਿਆ ਆ, ਇੱਕ ਪਾਸੇ ਕਿ ਸਰਕਾਰ ਕਹਿੰਦੀ ਵੀ ਫ੍ਰੀ ਹੈ, ਕਿ ਦੂਜੇ ਪਾਸੇ ਇੰਨੀ ਮਹਿੰਗਾਈ ਕਰਦੀ ਵੀ ਚਾਹੇ ਪੈਟਰੋਲ ਦੀ ਕਹਿ ਲਈਏ, ਚਾਹੇ ਗੈਸ ਸਿਲੰਡਰ ਦੀ ਕਰਦੇ, ਕਿ ਉਹਦੇ ਵਿੱਚ ਹੀ ਉਹ ਐਡਜਸਟਮੈਂਟ ਕਰਕੇ ਕਿ ਲੋਕਾਂ ਨੂੰ ਟੀਕਾ ਫ੍ਰੀ ਲਾਉਂਦੇ ਪਏ ਨੇ। ਟੀਕਾ ਫ੍ਰੀ ਨਹੀਂ ਹੈਗਾ ਜੀ। ਟੀਕਾ ਇਹ ਫ੍ਰੀ ਤੋਂ ਵੱਧ, ਉਹ ਤੋਂ 1000 ਗੁਣਾ ਵੱਧ ਪੈਸੇ ਲੋਕਾਂ ਕੋਲ ਵਸੂਲ ਚੁੱਕੇ ਆ। ਟੀਕਾ ਫ੍ਰੀ ਦੀ ਗੱਲ ਦੱਸਦਾ ਕਿ ਇਹਨਾਂ ਦੇ ਹੁਣ ਪਿੱਛੇ ਜਿਹੜੇ ਹਰਦੀਪ ਪੁਰੀ ਆ, ਉਹ ਮੰਤਰੀ ਉਹਨਾਂ ਨੇ ਵੀ ਕਿਹਾ, ਹਰਦੀਪ ਪੁਰੀ ਨੇ ਵੀ, ਕਿ ਅਸੀਂ ਪੈਟਰੋਲ ਦੀ ਡੀਜ਼ਲ ਦੀ ਕਿਉਂ ਰੇਟ ਵਧਾਏ ਆ? ਕਿਉਂਕਿ ਟੀਕਾ ਤੁਹਾਨੂੰ ਫ੍ਰੀ ਲੱਗਣ ਡਿਆ, ਉਹ ਪੈਸੇ ਪੈਟਰੋਲ ਡੀਜ਼ਲ ਤੋਂ ਅਸੀਂ ਵਸੂਲ ਕਰ ਲਏ। ਫਿਰ ਇਹਨਾਂ ਨੂੰ ਫ੍ਰੀ ਕਹਿਣ ਦਾ ਕੋਈ ਹੱਕ ਨਹੀਂ ਆ। ਮੈਂ ਤੁਹਾਨੂੰ ਦੱਸਦਾ ਕਿ ਕਈ ਦਹਾਕਿਆਂ ਤੋਂ, ਸਾਡੇ ਜੰਮਣ ਤੋਂ ਪਹਿਲਾਂ ਤੋਂ ਅਸੀਂ ਵੇਖਦੇ ਹਾਂ ਕਿ ਪਲਸ ਪੋਲੀਓ ਜਿਹੜੀ ਫ੍ਰੀ ਲੱਗਦੀ ਆ, ਜਿਹੜੀ ਬੱਚਿਆਂ ਨੂੰ ਵੈਕਸੀਨੇਸ਼ਨ ਸਰਕਾਰੀ ਹਸਪਤਾਲ ਫ੍ਰੀ ਲੱਗਦੀ ਆ। ਜਿਹੜਾ BCG ਇੰਜੈਕਸ਼ਨ ਲੱਗਦਾ, ਜਿਹੜਾ ਇਹਨਾਂ ਨੂੰ ਜਿਹੜਾ ਟੈਟਨਸ ਦੇ ਇੰਜੈਕਸ਼ਨ ਲੱਗਦੇ ਬੱਚਿਆਂ ਨੂੰ 9 ਮਹੀਨੇ, ਸਾਲ, 15 ਸਾਲ ਤੱਕ ਬੱਚਿਆਂ ਨੂੰ ਜਿਹੜੇ ਟੀਕੇ ਲੱਗਦੇ ਰਹਿੰਦੇ ਫ੍ਰੀ ਦੇ ਸਰਕਾਰੀ ਸਕੀਮਾਂ। ਪੁਰਾਣੀ ਕੋਈ ਵੀ ਸਰਕਾਰ ਹੋਵੇ, ਮੈਂ ਕਿਸੇ ਦੀ ਸਰਕਾਰ ਦਾ ਚੰਗਾ ਮਾੜਾ ਨਹੀਂ ਕਹਿਣਾ, ਕਿਸੇ ਸਰਕਾਰ ਨੇ ਅੱਜ ਤੱਕ ਐਕਸਕਿਊਜ਼ ਨਹੀਂ ਦਿੱਤਾ ਕਿ ਅਸੀਂ ਮਹਿੰਗਾਈ ਵਧਾ ਰਹੇ ਕਿਉਂਕਿ ਤੁਹਾਡੇ ਬੱਚਿਆਂ ਨੂੰ ਟੀਕੇ ਲੱਗਣ ਦੇ, ਪਲਸ ਪੋਲੀਓ ਫ੍ਰੀ ਪਿਆਉਣ ਦੇ। ਇਹ ਪਹਿਲਾਂ ਇੰਨਾ ਬੇਸ਼ਰਮ ਪ੍ਰਧਾਨ ਮੰਤਰੀ ਨੇ ਦੇਖਿਆ ਕਿ ਜਿਹਨੇ ਦਵਾਈ ਦਾ ਲੋਕਾਂ ਨੂੰ ਸੁਣਾ ਦਿੱਤਾ। ਵੇਖੋ, ਕਿਉਂਕਿ ਇਹਨਾਂ ਦੀ ਜਾਨ ਦੀ ਵੈਲਿਊ ਕੋਈ ਨਹੀਂ ਹੈਗੀ। ਤੁਸੀਂ ਵੇਖੋ ਵੈਸਟਰਨ ਕੰਟਰੀ, ਕਿਸੇ ਵੀ ਦੁਬਈ ਚੱਲ ਜਾਓ ਜਾਂ ਅਰਬ ਕੰਟਰੀਆਂ ਚੱਲ ਜਾਓ, ਕਿਸੇ ਉਹ 'ਚ ਇੱਕ ਬੰਦਾ ਵੀ ਜੇ ਪੂਰਾ ਹੋ ਜਾਏ, ਇੱਕ ਬੰਦਾ ਵੀ ਜੇ ਜਾਨ ਚੱਲ ਜਾਏ, ਤਾਂ ਉਹ ਸਰਕਾਰ ਨੂੰ ਭੜਥੂ ਪੈ ਜਾਂਦਾ ਕਿ ਸਾਡਾ ਇੱਕ ਬੰਦਾ ਕਿਉਂ ਘਟ ਗਿਆ, ਸਾਡਾ ਇੱਕ ਜਿਹੜਾ ਨਾਗਰਿਕ ਆ ਕਿਉਂ ਘਟਿਆ। ਬਿਲਕੁਲ। ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾ ਕੁ ਮਤਲਬ ਕਿ ਵਿਰੋਧ ਕਰਨਾ ਪਏਗਾ ਸਾਨੂੰ, ਮਤਲਬ ਆਪਣੇ ਹੱਕਾਂ ਦੇ ਵਾਸਤੇ? ਕਿਉਂਕਿ ਜੇ ਕਿਸਾਨਾਂ ਦੀ ਗੱਲ ਕਰੀ ਤਾਂ ਉਹ ਵੀ ਬੈਠੇ ਨੇ ਕਿ ਸਾਨੂੰ ਵੀ ਜਿਤਨਾ ਬਾਰ-ਬਾਰ ਜਿਹੜੇ ਕਿ ਸਾਡੇ ਪਿੱਠ ਉੱਤੇ ਛੁਰੇ ਮਾਰੇ ਜਾ ਰਹੇ ਆ, ਕੀ ਸਾਨੂੰ ਬਾਰ-ਬਾਰ ਇਹੋ ਕੰਮ ਹੀ ਰਹਿ ਗਿਆ ਹੁਣ, ਆਪਣੇ ਕੰਮਕਾਜ ਛੱਡ ਕੇ, ਪਰਿਵਾਰਕ ਮੈਂਬਰਾਂ ਨੂੰ ਛੱਡ ਕੇ ਕਿ ਸੜਕਾਂ 'ਤੇ ਬੈਠ ਕੇ ਵਿਰੋਧ ਕਰਨਾ? ਇਸ ਵਾਰੀ ਸਾਰਿਆਂ ਦੇ ਹੋਣੇ ਜੀ। ਤੁਸੀਂ ਦੇਖਿਆ ਹੋਣਾ, ਪਹਿਲਾਂ ਅਸੀਂ ਕਹਿੰਦੇ ਹੋਣੇ ਲੋਕਾਂ ਨੂੰ ਜਾ ਕੇ, ਦੁਕਾਨਦਾਰਾਂ ਨੂੰ ਜਾਂ ਵੱਡੇ ਸਰਮਾਏਦਾਰਾਂ ਨੂੰ, ਉਹ ਕਹਿੰਦੇ ਨਹੀਂ ਸਾਡੀ ਕੋਈ ਲੋੜ ਨਹੀਂ ਹੈ ਜੀ, ਇਹ ਕਿਸਾਨਾਂ ਦਾ MSP ਦਾ ਮਸਲਾ, ਸਾਨੂੰ ਜਾਣ ਦੀ ਲੋੜ ਨਹੀਂ। ਤੁਸੀਂ ਪਿੱਛੇ ਦੇਖਿਆ ਹੋਣਾ 4-5 ਮਹੀਨੇ ਪਹਿਲਾਂ ਦੀ ਗੱਲ ਹੈ ਕਿ LPG ਜਿਹੜੇ ਗੈਸ ਡੀਲਰ ਆ ਉਹ ਵੀ ਆ ਗਏ, ਕਿਉਂਕਿ ਉਹਨਾਂ ਦੀ ਰੋਟੀ ਤਾਂ ਹੁਣ ਆ ਗਈ, ਕਿਉਂਕਿ ਪਾਈਪਲਾਈਨਾਂ ਸਾਰੇ ਸ਼ਹਿਰਾਂ 'ਚ ਵਿਛਣ ਲੱਗ ਪਈਆਂ ਅਤੇ ਗੈਸ ਡੀਲਰਾਂ ਨੇ ਵੀ ਸਾਡਾ ਆ ਕੇ ਕਿਸਾਨਾਂ ਦਾ ਸਾਥ ਦਿੱਤਾ। ਉਹਦੇ ਬਾਅਦ ਹੁਣ 7 ਤਰੀਕ ਨੂੰ ਪੈਟਰੋਲ ਪੰਪ ਐਸੋਸੀਏਸ਼ਨ ਜਿਹੜੀ ਉਹ ਹੜਤਾਲ 'ਤੇ ਜਾ ਰਹੀ ਆ ਅਤੇ ਇਹਨਾਂ ਨੇ ਆਪਣੀ ਡਿਊਟੀ ਘਟਾਤੀ ਆ। ਸਵੇਰੇ 7 ਵਜੇ ਪੰਪ ਖੋਲ੍ਹਿਆ ਕਰਨਗੇ, ਸ਼ਾਮ 5 ਵਜੇ ਬੰਦ ਹੋ ਜਾ ਕਰਨਗੇ। ਇੱਕ ਸ਼ਿਫਟ ਘਟਾਉਣ ਲੱਗੇ ਆਪਣੇ ਪੈਟਰੋਲ ਪੰਪ ਵਾਲੇ, ਜਿੰਨੇ ਵੀ ਪੰਜਾਬ 'ਚ ਐਸੋਸੀਏਸ਼ਨ ਵਾਲੇ ਹੈਗੇ ਆ, ਇਹ ਆਪਣੇ ਇੱਕ ਸ਼ਿਫਟ ਘਟਾਉਣ ਲੱਗੇ ਕਿ ਅਸੀਂ ਆਪਣਾ ਖਰਚਾ ਘਟਾ ਦਈਏ, ਕਿਉਂਕਿ ਪਿੱਛੋਂ ਰੇਟ ਵਧਣ ਡਿਆ ਪੈਟਰੋਲ ਡੀਜ਼ਲ ਦਾ, ਸਾਰਾ ਕੁਛ। ਪਰ ਇਹਨਾਂ ਦੀ ਜਿਹੜੀ ਮਾਰਜਨ ਜਿਹੜੀ ਉੱਥੇ ਹੀ ਆ ਜੋ ਅੱਜ ਤੋਂ 3-4 ਸਾਲ ਪਹਿਲਾਂ ਹੈਗੀ ਸੀ, ਅਤੇ ਇਹਨਾਂ ਦਾ ਕਹਿਣਾ ਹੈ ਕਿ ਸਾਡੇ ਖਰਚੇ ਵੱਧ ਗਏ ਅਤੇ ਪਰ ਸਾਨੂੰ ਸਰਕਾਰ ਸਾਡੇ ਸਿਰ ਤੋਂ ਕਮਾਈ ਕਰਨ ਡਈ ਹੈ, ਅਤੇ ਪਰ ਸਾਡੀ ਜਿਹੜੀ ਮਾਰਜਨ ਨਹੀਂ ਵਧੀ। ਹੁਣ ਜਿੱਦਾਂ ਵੇਖੋ, ਕਹਿੰਦੇ ਨਾ ਜਿਸ ਦਿਨ ਲਾਗੇ ਸੋਈ ਜਾਣੇ, ਜਬੇ ਬਾਣ ਲਾਗਿਓ ਤਬੇ ਰੋਸ ਜਾਗਿਓ। ਹੁਣ ਜਿਹਨੂੰ ਬਾਣ ਲੱਗਣ ਡਿਆ ਉਹਦਾ ਰੋਸ ਜਾਗਣ ਡਿਆ। ਇਸ ਵਾਰੀ ਸਾਰਿਆਂ ਦੀ ਆਉਣੀ ਆ, ਦੁਕਾਨਦਾਰਾਂ ਦੀ, ਬੇਰੁਜ਼ਗਾਰਾਂ ਦੀ। ਜਿਹੜੇ ਹੁਣ ਤੁਸੀਂ ਵੇਖ ਲਿਆ ਹੋਣਾ ਕਿ ਮਿਡ ਡੇ ਮੀਲ ਵਾਲੇ ਪਹਿਲਾਂ ਆ ਕੇ ਧਰਨੇ 'ਤੇ ਬੈਠੇ ਸੀ ਕਿ ਉਹਨਾਂ ਦਾ ਕੰਮ ਘਟ ਗਿਆ, ਬਾਅਦ 'ਚ ETO ਬੈਠੇ, ਤਹਿਸੀਲਦਾਰ ਬੈਠੇ, ਪਟਵਾਰੀ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਰੇ ਆ ਜਾਓ, ਬੇਰੁਜ਼ਗਾਰ ਮੁੰਡੇ ਕੁੜੀਆਂ ਜਿੰਨੇ ਸਾਰੇ ਜਿਹੜੇ ਆ ਜਾਓ, ਟੀਚਰ ਵੀ ਬੇਰੁਜ਼ਗਾਰ ਤੁਰੇ ਫਿਰਦੇ, ਸਾਰੇ ਆ ਕੇ ਕਿਸਾਨੀ ਅੰਦੋਲਨ ਦਾ ਸਾਥ ਦਿਓ, ਕਿਉਂਕਿ ਕਿਸਾਨੀ ਅੰਦੋਲਨ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਪਿਛਲੇ 1 ਸਾਲ ਤੋਂ ਟਿਕੀ ਹੋਈ ਆ। ਜੇ ਕੋਈ ਵੀ ਤੁਸੀਂ ਇੰਡੀਵਿਜੂਅਲ ਜਾ ਕੇ ਤੁਸੀਂ ਕੋਈ ਛੋਟਾ ਮੋਟਾ ਕੋਈ ਤੁਸੀਂ ਆਪਣਾ ਲੈ ਕੇ ਕੋਈ ਜਥੇਬੰਦੀ ਲੈ ਕੇ ਧਰਨਾ ਦਿੰਦੇ, ਤਾਂ 1-2 ਘੰਟੇ ਤੋਂ ਵੱਧ ਤੁਸੀਂ ਨਹੀਂ ਖਲੋ ਸਕਦੇ ਕਿਤੇ ਵੀ। ਕਿਸਾਨੀ ਅੰਦੋਲਨ ਜਿਹੜਾ ਇਹੋ ਜਿਹਾ ਟਿਕਿਆ, ਜਿਹੜਾ ਉਹਦਾ ਆ ਕੇ ਸਾਥ ਦੇ ਦਿਓ, ਉਹਦੇ ਨਾਲ ਆ ਕੇ ਬਹਿ ਜਾਓ। ਇਹੋ ਬੇਨਤੀ ਹੈ ਕਿ ਦੇਸ਼ ਆਪਣਾ ਬਚਾ ਲਓ, ਸਮਾਜ ਬਚਾ ਲਓ। ਆਹੋ ਮੌਕਾ ਜੀ। ਮਤਲਬ ਕਿ ਹਰੇਕ ਬੰਦੇ ਨੂੰ ਆਪਣਾ ਇੱਕ ਧਰਮ ਸਮਝ ਕੇ ਆਪਣੇ ਹੱਕਾਂ ਦੀ ਆਵਾਜ਼ ਲਈ ਕਿਸਾਨੀ ਸੰਘਰਸ਼ ਨਾਲ ਜੋੜਨਾ ਚਾਹੀਦਾ, ਕਿਉਂਕਿ ਵੱਡੀ ਗੱਲ ਹੈਗੀ ਆ। ਕਿਸਾਨਾਂ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਮੁੱਦੇ ਹੈਗੇ ਆ ਕਿ ਜੇ ਆਪਾਂ ਆਪਣੇ ਮੁੱਦਿਆਂ ਦੀ ਆਵਾਜ਼ ਨਹੀਂ ਉਠਾਵਾਂਗੇ ਤਾਂ ਹੱਲ ਕਿੱਥੇ ਹੋਣੇ ਆ। ਸਰਕਾਰਾਂ ਤੇ ਵੈਸੇ ਹਰ ਵਕਤ ਦਬਾ ਦਿੰਦੀਆਂ ਜੇ ਆਪਾਂ ਆਪਣੇ ਹੱਕ ਦੀ ਗੱਲ ਕਰਦੇ ਹਾਂ, ਤੇ ਨਾਲ ਹੀ ਸਾਨੂੰ ਖਾਲਿਸਤਾਨੀ ਕਿਹਾ ਜਾਂਦਾ ਆ। ਹਾਲਾਂਕਿ ਉਹ ਕਹਿ ਕੇ ਦਬਾ ਦਿੱਤਾ ਜਾਂਦਾ ਹੈਗਾ ਕਿ ਇਹੋ ਹੀ ਇੱਕ ਸੰਸਥਾ ਕਹਿ ਸਕਦੇ ਆਪਾਂ, ਕਿ ਇੱਕ ਸੁਸਾਇਟੀ ਕਹਿ ਲਓ ਜਾਂ ਨਾਗਰਿਕ ਕਹਿ ਲਓ, ਕਿ ਆਪਾਂ ਜਿਹੜੇ ਕਿਸਾਨ ਜਿਹੜੇ ਹੈਗੇ ਬੈਠੇ ਆ ਕੋਈ ਟਿਕੇ, ਉਹਨਾਂ ਨਾਲ ਸਮਰਥਨ ਕਰਕੇ ਆਪਣੇ ਹੱਕਾਂ ਦੀ ਆਵਾਜ਼ ਜਿਹੜੀ ਉਹ ਬੁਲੰਦ ਕਰ ਸਕਦੇ ਹੈਗੇ। ਬਿਲਕੁਲ ਜੀ, ਬਿਲਕੁਲ। ਕਿਉਂਕਿ ਵੇਖੋ
ਆ ਦੁਕਾਨਦਾਰ ਇਹ ਬਹੁਤ ਵੱਡੀ ਸਾਜ਼ਿਸ਼ ਚੱਲ ਰਹੀ ਆ। ਹੁਣ ਤੁਸੀਂ ਦੇਖਿਆ ਹੋਣਾ ਪਿੱਛੇ ਜੇ ਇੱਕ 7-11 ਸਟੋਰ ਆ, ਪਹਿਲਾਂ ਇਹਨਾਂ ਨੇ ਬਿਗ ਬਾਜ਼ਾਰ ਖਰੀਦਿਆ, ਅੰਬਾਨੀ ਨੇ ਬਿਗ ਬਾਜ਼ਾਰ ਖਰੀਦ ਲਿਆ, ਉਹਦੇ ਬਾਅਦ ਈਜ਼ੀ ਡੇ ਖਰੀਦ ਲਿਆ, ਈਜ਼ੀ ਡੇ ਦੀ ਸਾਰੀ ਬ੍ਰਾਂਚਾਂ ਖਰੀਦ ਲਈਆਂ, ਗੋਦਰੇ ਨੇਚਰ ਬਾਸਕਟ ਖਰੀਦ ਲਈ, ਆ ਹੁਣ ਇਹ 7-11 ਸਟੋਰ ਜਿਹੜਾ ਅਮਰੀਕਾ ਚੱਲਦੇ, ਬਹੁਤ ਵੱਡੇ ਪੱਧਰ ਦੇ ਸਟੋਰ ਜਿਹੜੇ ਉਹ ਚੱਲਦੇ ਆ। ਉਹ ਇਹਨਾਂ ਨੂੰ ਪਹਿਲੀ ਬ੍ਰਾਂਚ ਜਿਹੜੀ ਬੰਬੇ ਲੈ ਆਂਦੀ ਆ, ਜਿੱਦਾਂ ਉਹ ਪੂਰੇ ਇੰਡੀਆ 'ਚ ਸਾਰੇ ਸਟੇਟਾਂ 'ਚ ਸਾਰੇ ਸ਼ਹਿਰਾਂ 'ਚ ਖੁੱਲ੍ਹ ਗਈ। ਇਹਨਾਂ ਨੇ ਛੋਟੇ ਦੁਕਾਨਦਾਰਾਂ ਨੂੰ ਇੱਦਾਂ ਕਰ ਦੇਣਾ, ਛੋਟੇ ਦੁਕਾਨਦਾਰਾਂ ਨੂੰ ਮੈਂ ਤੁਹਾਨੂੰ ਹੁਣੇ ਮੇਰੀ ਗੱਲ ਭਾਵੇਂ ਨੋਟ ਕਰ ਲਿਓ ਕਿ ਤੁਹਾਨੂੰ ਜਿੱਦਾਂ ਸ਼ਰਾਬ ਦੇ ਠੇਕੇ ਨਹੀਂ ਹੁੰਦੇ, ਜਿਹਨਾਂ ਦੀ ਲੱਖਾਂ ਰੁਪਏ ਜਿਹੜੀ ਫੀਸ ਭਰਨੀ ਪੈਂਦੀ, ਫਿਰ ਜਾ ਕੇ ਤੁਹਾਨੂੰ ਸਾਲ ਦਾ ਠੇਕਾ ਮਿਲਦਾ, ਉਸ ਕੈਟੇਗਰੀ 'ਚ ਇਹਨਾਂ ਨੇ ਛੋਟੇ ਦੁਕਾਨਦਾਰ ਵੀ ਲੈ ਆਉਣੇ ਸਾਰੇ, ਕਿ ਤੁਸੀਂ ਉਹਨਾਂ ਦੇ ਲੋਕਾਂ ਨੇ ਆਪਣੀ ਚਾਬੀਆਂ ਦੇ ਜਾਣੀਆਂ ਕਿ ਨਹੀਂ ਸਾਡੇ ਕੋਲ ਨਹੀਂ ਕੰਮ ਹੁੰਦਾ ਜੀ। ਤੇ ਫਿਰ ਆਪੇ ਕਿਉਂਕਿ ਵੱਡੇ ਪੂੰਜੀਪਤੀ ਤਾਂ ਹੀ ਚੱਲਣਗੇ ਜੇ ਛੋਟੀਆਂ ਦੁਕਾਨਾਂ ਬੰਦ ਹੋਣਗੀਆਂ, ਛੋਟੇ ਦੁਕਾਨਦਾਰ ਜਿਹੜੇ ਬੰਦ ਕਰਕੇ ਜਾਣਗੇ। ਇਹ ਇਕੱਲਾ ਕਿਰਾਣੇ 'ਤੇ ਨਹੀਂ ਆ, ਇਕੱਲਾ ਜੁੱਤੇ ਵਾਲੇ ਜਿਹੜੇ ਇਲੈਕਟ੍ਰੋਨਿਕਸ ਵਾਲੇ ਖੋਲ੍ਹ ਕੇ ਬਿਠੇ ਆ, ਜਿਹੜੀ TV ਵਾਸ਼ਿੰਗ ਮਸ਼ੀਨ ਮੋਬਾਈਲ ਵੇਚਦੇ ਆ, ਕੱਪੜਿਆਂ ਵਾਲੇ ਸਾਰੇ, ਕਿਉਂਕਿ ਇਹਨਾਂ ਦੇ ਸਟੋਰ ਜਿਹੜੇ ਖੁੱਲ੍ਹਣ ਵਾਲੇ ਆ ਅੰਬਾਨੀ ਅਡਾਨੀ ਦੇ ਮਲਟੀ ਬ੍ਰਾਂਡ ਸਟੋਰ ਆ, ਜਿਸ 'ਚ ਤੁਹਾਨੂੰ ਕਿਰਾਣੇ ਤੋਂ ਲੈ ਕੇ ਝਾੜੂ ਤੋਂ ਲੈ ਕੇ ਤੁਹਾਨੂੰ ਹਰ ਚੀਜ਼ ਮਿਲੂਗੀ, ਘਰ ਦੀ ਜਿਹੜੀ TV ਫਰਿੱਜ ਫਰਨੀਚਰ, ਤੁਹਾਨੂੰ ਖਾਣ ਪੀਣ ਦਾ ਸਮਾਨ ਤੋਂ ਲੈ ਕੇ ਤੁਹਾਨੂੰ ਹਰ ਚੀਜ਼, ਕੱਪੜਾ ਲੱਤਾ ਹਰ ਚੀਜ਼ ਮਿਲੂਗੀ। ਤੇ ਉਸ ਚੀਜ਼ ਕਰਕੇ ਲਿਆਉਣ ਡੇ ਲੋਕ ਸਾਰੀ ਮੋਨੋਪਲੀ, ਤੇ ਉਹਦੇ ਨਾਲ ਇਕਨੋਮੀ ਸਾਡੀ ਆਲਰੇਡੀ ਖਤਮ ਹੋ ਚੁੱਕੀ ਹੈ। ਸਾਡੀ ਦੇਸ਼ ਦੀ ਦੇਖੋ 15% ਇਕਨੋਮੀ, 15% ਲੋਕ ਉਹ ਨੇ ਜਿਹੜੇ ਫੌਜ ਵਿੱਚ ਲੱਗੇ ਆ, ਸਰਕਾਰੀ ਆ, ਗੈਰ ਸਰਕਾਰੀ, ਜਿਹੜੇ ਆਰਗੇਨਾਈਜ਼ ਸੈਕਟਰ ਵਿੱਚ। 85% ਸਾਡੀ ਜਨਤਾ ਜਿਹੜੀ ਦੇਸ਼ ਦੀ ਅਨਆਰਗੇਨਾਈਜ਼ ਸੈਕਟਰ, ਜਿਹੜੇ ਆਪਣੇ ਰੋਜ਼ ਕਮਾ ਕੇ ਖਾਣ ਵਾਲੇ ਆ, ਜਿਹਨੂੰ ਪਤਾ ਨਹੀਂ ਕਿ ਅਗਲੇ ਮਹੀਨੇ ਮੈਂ ਕੀ ਕੰਮ ਕਰਨਾ। ਕਈ ਇਹੋ ਜਿਹੇ ਮਜ਼ਦੂਰ ਹੋਣਾ ਚਾਹੀਏ ਜਿਹਨੂੰ ਪਤਾ ਨਹੀਂ ਕਿ ਕੱਲ੍ਹ ਮੈਂ ਕੀ ਕੰਮ ਕਰਨਾ, ਕੱਲ੍ਹ ਮੈਂ ਦਿਹਾੜੀ 'ਚ ਕਿੱਥੇ ਜਾਣਾ। 85% ਲੋਕ ਦੇਸ਼ 'ਚ ਉਹੋ ਜਿਹੇ ਆ। ਜਦੋਂ ਉਹਨਾਂ ਦਾ ਕੰਮ ਖਤਮ ਹੋ ਗਿਆ, ਇਹ 15% ਲੋਕ ਦੇਸ਼ ਦੀ ਇਕਨੋਮੀ ਨਹੀਂ ਚਲਾ ਸਕਦੇ। ਇਹ 15% ਲੋਕ ਜਿਹੜੇ ਪੱਕੀਆਂ ਤਨਖਾਹਾਂ ਲੈਣ ਡਏ ਆ, ਜਿਨ੍ਹਾਂ ਦਾ ਕੰਮ ਸੈੱਟ ਆ, ਕੰਮ ਧੰਦੇ, ਉਹ ਲੋਕ ਜਿਹੜੇ ਕਿੰਨੀ ਕੁ ਸ਼ਾਪਿੰਗ ਕਰ ਲੈਣਗੇ ਤੁਸੀਂ ਦੱਸੋ। ਇਹ 85% ਬੰਦਿਆਂ ਦੇ ਜੇਬ 'ਚ ਪੈਸੇ ਹੋਣਗੇ, ਇਹ ਖਰਚਣਯੋਗ ਪੈਸੇ ਹੋਣਗੇ, ਇਹਨਾਂ ਦੇ ਐਕਸਪੈਂਡੇਬਲ ਪਾਵਰ ਹੋਊਗੀ। ਉਹਦੇ ਬਾਅਦ ਜਾ ਕੇ ਇਹੋ ਕੰਜ਼ਿਊਮਰ ਆ, ਇਹੋ ਲੋਕ ਤੁਹਾਡੇ ਗਾਹਕ ਆ 85% ਬੰਦੇ। ਜਦੋਂ ਉਹ ਡੈਡ ਹੋ ਗਏ ਤੇ 15% ਬੰਦੇ ਸਿਰ ਤੇ ਦੇਸ਼ ਨਹੀਂ ਚੱਲ ਸਕਦਾ। ਇਹ ਸੀ ਰੋਸ਼ਨ ਜੀ, ਜਿਹੜੇ ਕਿ ਕਿਸਾਨ ਆਗੂ ਗਏ ਨੇ, ਉਹ ਸਾਡੇ ਨਾਲ ਗੱਲਬਾਤ ਕੀਤੀ। CBSE ਜਿਹੜੀ ਹੈਗੀ ਉਹਦੇ ਵਿੱਚ ਤਕਰੀਬਨ ਇਹਨਾਂ ਨੇ ਪੰਜਾਬ ਦੇ ਵਿੱਚ ਮਾਂ ਬੋਲੀ ਜਿਹੜੀ ਪੰਜਾਬੀ ਦੀ ਭਾਸ਼ਾ ਉਹ CBSE ਤੋਂ ਬਾਹਰ ਕੱਢ ਦਿੱਤੀ ਗਈ ਹੈਗੀ ਆ। 10ਵੀਂ 12ਵੀਂ ਦੇ ਜਿਹੜੇ ਗਏ ਆ ਪੇਪਰ ਹੋਣਗੇ, ਉਹਦੇ ਵਿੱਚ ਜਿਹੜੇ ਸਟੂਡੈਂਟ ਨੂੰ ਇੱਕ ਆਪਸ਼ਨ ਦੇ ਦਿੱਤੀ ਗਈ ਹੈਗੀ ਆ, ਮਾਈਨਰ ਦੇ ਦਿੱਤੀ ਗਈ ਹੈਗੀ ਕਿ ਤੁਸੀਂ, ਤੁਹਾਡੀ ਮਰਜ਼ੀ ਆ, ਤੁਸੀਂ ਉਹ ਪੰਜਾਬੀ ਰੱਖਣੀ ਆ ਕਿ ਨਹੀਂ ਰੱਖਣੀ। ਤੇ ਨਾਲ ਜਿੱਥੇ ਸਟੂਡੈਂਟ ਨੂੰ ਕੋਈ ਫਰਕ ਪਏਗਾ, ਲੇਕਿਨ ਇਹਦੇ ਨਾਲ ਜਿਹੜੇ ਟੀਚਰ ਉਹਨਾਂ ਨੂੰ ਵੀ ਫਰਕ ਪਏਗਾ। ਔਰ ਦੂਜੀ ਗੱਲ, ਜਿਹੜੇ ਕਿਤੇ ਨਾਲ ਜੁੜੇ ਪਏ ਬੁੱਕ ਸਟੋਰ, ਉਹਨਾਂ ਨੂੰ ਵੀ ਫਰਕ ਪਏਗਾ। ਔਰ ਬੜਾ ਵੱਡਾ ਜਿਹੜਾ ਦਾਗ ਆਇਆ। ਫਿਰ ਇੱਕ ਵਾਰੀ ਪਿੱਠ ਪਿੱਛੇ ਜਿਹੜਾ ਛੁਰਾ ਮਾਰਨ ਦੀ ਕੋਸ਼ਿਸ਼ ਕੀਤੀ ਗਈ ਪੰਜਾਬ ਦੇ ਵਿੱਚ ਪੰਜਾਬੀਆਂ ਦੇ ਉੱਤੇ ਕੇਂਦਰ ਸਰਕਾਰ ਵੱਲੋਂ, ਕਿਉਂਕਿ ਕਿਸਾਨੀ ਅੰਦੋਲਨ ਚੱਲਦਾ ਪਿਆ ਕਿ ਬਾਰ-ਬਾਰ ਜਿਹੜੀ ਹੈਗੀ ਆ ਸੈਂਟਰ ਗੌਰਮੈਂਟ ਜਿਹੜੀ ਹੈਗੀ ਆ ਕੋਈ ਨਾ ਕੋਈ ਦਾ ਖੇਡਦੀ ਪਈ ਹੈ, ਤਾਂ ਕਿ ਅੰਦੋਲਨ ਵੀ ਖਤਮ ਹੋਏਗਾ, ਪੰਜਾਬ ਜਿਹੜਾ ਹੈਗਾ ਆ ਉਹ ਖਤਮ ਹੁੰਦਾ ਕਰ ਦਈਏ ਕਿਸੇ ਨਾ ਕਿਸੇ ਤਰੀਕੇ ਨਾਲ। ਚਾਹੇ ਆਪਾਂ ਗੱਲ ਕਰੀਏ ਤੇ ਜਿਹੜਾ 50 ਕਿਲੋਮੀਟਰ ਦਾਇਰਾ ਫੌਜ ਨੂੰ ਦਿੱਤਾ ਗਿਆ ਉਹਦੀ ਗੱਲ ਕਰੀਏ, ਕਿ ਜਾਂ ਫਿਰ ਹੋਰ ਹੀ ਬੜੇ ਮੁੱਦੇ ਜਿਹੜੇ ਚੁੱਕ ਕੇ ਜਾਣ ਜਿਹੜੇ ਪੰਜਾਬ ਦੇ ਉੱਤੇ ਜਿਹੜੇ ਹੈਗੇ ਪੰਜਾਬ ਦੇ ਲੋਕਾਂ ਉੱਤੇ ਦਬਾਉਣ ਦੀ ਕੋਸ਼ਿਸ਼ ਉਹ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਤੋਂ ਗੁਰਮੀਤ ਰਾਏ ਦੀ ਰਿਪੋਰਟ।